ਸਤਿ ਸ਼੍ਰੀ ਅਕਾਲ, ਮੈਂ ਅਨੁਸ਼ਪਾਲ ਜਾਲੀ। ਹਮੇਸ਼ਾ ਦੀ ਤਰ੍ਹਾਂ ਐਵਰੀ ਮੰਡੇ ਹਾਫ 6 ਅਸੀਂ ਤੁਹਾਡੇ ਪਾਸ ਇਮੀਗ੍ਰੇਸ਼ਨ ਦਾ ਸ਼ੋਅ ਲੈ ਕੇ ਆਉਂਦੇ ਹਾਂ। ਮੈਂ ਇਮੀਗ੍ਰੇਸ਼ਨ ਸ਼ੋਅ ਦੀ ਗੱਲ ਕਰਾਂ ਬਿਫੋਰ ਆਪਣੇ ਇਕਬਾਲਦੀਪ ਜੀ ਨੂੰ ਮੈਂ ਸ਼ੋਅ 'ਚ ਲੈ ਕੇ ਆਵਾਂ। ਹਾਲੇ ਪਹੁੰਚ ਗਏ ਨੇ ਵੈਸੇ ਉੱਦਾਂ। ਮੈਂ ਨਾ ਸੋਚ ਰਿਹਾ ਸੀ ਅਕਾਲ ਚੈਨਲ ਇਜ਼ ਦਾ ਓਨਲੀ ਚੈਨਲ ਜੋ ਤੁਹਾਨੂੰ ਇੱਦਾਂ ਦੇ ਸ਼ੋਅ ਵਿਦਆਊਟ ਐਨੀ ਇੰਟਰਪਸ਼ਨ ਈਵਨ ਥਰੂ ਦਾ ਲੋਕਡਾਊਨ ਅਸੀਂ ਇੱਦਾਂ ਦੇ ਪ੍ਰੋਗਰਾਮ ਲੈ ਕੇ ਆਉਂਦੇ ਰਹੇ ਤੁਹਾਡੇ ਪਾਸ, ਤਾਂ ਕਿ ਜਿਹੜੀ ਅਕਾਲ ਚੈਨਲ ਤੁਹਾਨੂੰ ਪ੍ਰੋਮਿਸ ਕਰੀਏ ਅਸੀਂ ਡਿਲੀਵਰ ਕਰੀਏ। ਤੁਸੀਂ ਇਮੀਗ੍ਰੇਸ਼ਨ ਦਾ ਸ਼ੋਅ ਕਰ ਲਓ, ਤੁਸੀਂ ਹੈਲਥ ਹੋਮਿਓਪੈਥ ਦਾ ਕਰ ਲਓ, ਹੈਲਥ ਐਡਵਾਈਸ ਦਿੰਦੇ ਆ, ਵਿਲਸ ਐਂਡ ਟਰਸਟ ਐਂਡ ਪ੍ਰੋਬੇਟ ਇੱਦਾਂ ਦੇ ਪ੍ਰੋਗਰਾਮ, ਫੈਮਿਲੀ ਲਾਅ, ਹਰ ਤਰ੍ਹਾਂ ਦੇ ਸਾਡੇ ਚੈਨਲ ਦੇ ਉੱਪਰ ਡਿਫਰੈਂਟ ਪ੍ਰੋਗਰਾਮ ਹੁੰਦੇ ਤਾਂ ਕਿ ਸਾਡੀ ਜਿਹੜੀ ਸਾਨੂੰ ਸਪੋਰਟਡ ਨਾ ਵੀ ਹੋਣ ਆਪਣੀ ਕਮਿਊਨਿਟੀ ਦੀ ਮਦਦ ਹੋ ਸਕੇ। ਮੈਂ ਇਕਬਾਲਦੀਪ ਜੀ ਨਾਲ ਗੱਲਬਾਤ ਕਰਦੇ। ਇਮੀਗ੍ਰੇਸ਼ਨ ਕਾਫੀ ਗਰਮ ਹੈ ਸਭ ਕੁਝ ਕਿਉਂਕਿ ਖੁੱਲ ਚੁੱਕਾ। ਅਸੀਂ ਲੇਟੈਸਟ ਇਨਫੋਰਮੇਸ਼ਨ ਉਹਨਾਂ ਕੋਲ ਲੈ ਲੈਂਦੇ ਹਾਂ। ਭਾਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵੇਟ ਕਰਦੇ, ਬਹੁਤ ਅੱਛੀ ਗੱਲ ਹੈ। ਪਹਿਲੀ ਗੱਲ ਤੇ ਨਾ ਮੈਂ ਅਸੀਂ ਅਪਡੇਟ ਦੀ ਗੱਲ ਕਰਾਂਗੇ। ਹੁਣ ਪਤਾ ਲੱਗਦਾ ਪਿਆ ਕਿ ਤੁਸੀਂ ਸਾਰੇ ਬਹੁਤ ਬਿਜ਼ੀ ਹੋ ਰਹੇ ਹੋ ਕਿਉਂਕਿ ਮੈਂ ਦੱਸ ਸਕਦਾ ਵਾਂ ਜਿਹੜੇ ਇਹਨਾਂ ਦੇ ਹੋਮ ਆਫਿਸ ਦੇ ਵੱਡੇ ਸਾਰੇ ਆਫਿਸ ਖੁੱਲ੍ਹ ਗਏ ਨੇ ਨਾ। ਅਸੀਂ ਸ਼ੋਅ ਤੋਂ ਪਹਿਲਾਂ ਗੱਲ ਕਰ ਰਹੇ ਸੀ, ਇੰਨੀ ਫਾਸਟ ਕੰਮ ਹੋ ਰਿਹਾ ਕਿ ਇਹਨਾਂ ਨੂੰ ਸਾਂਭ ਨਹੀਂ ਹੈਗਾ ਹੁਣ ਲੈਣ ਜੋਗਾ। ਉਹਦੇ ਬਾਰੇ ਦੱਸੋ ਥੋੜ੍ਹਾ ਜਿਹਾ। ਹਾਂਜੀ, ਬਿਲਕੁਲ। ਜਿਹੜੀਆਂ ਲਾਕਡਾਊਨ ਦੇ ਦੌਰਾਨ ਜਿਹੜੀਆਂ ਐਪਲੀਕੇਸ਼ਨਸ ਹੋਈਆਂ ਸੀਗੀਆਂ ਕਿਉਂਕਿ ਵੀਜ਼ਾ ਸੈਂਟਰਸ ਕਾਫੀ ਸਾਰੇ ਕਲੋਜ਼ ਸੀਗੇ, ਉਹਦੇ ਕਰਕੇ ਪ੍ਰੋਗਰੈਸ ਨਹੀਂ ਸੀ ਹੋ ਰਹੀਆਂ ਐਪਲੀਕੇਸ਼ਨ। ਹਾਂ। ਤੇ ਹੁਣ ਕਿਉਂਕਿ ਸਾਰੇ ਸੈਂਟਰਸ ਵਗੈਰਾ ਖੁੱਲ ਗਏ ਹੈਗੇ ਆ, ਜਿਹੜੀਆਂ ਤੁਸੀਂ ਪੁਰਾਣੀਆਂ ਐਪਲੀਕੇਸ਼ਨਸ ਕੀਤੀਆਂ ਸੀਗੀਆਂ ਹੁਣ ਹੋਮ ਆਫਿਸ ਕਾਫੀ ਐਕਟਿਵ ਹੈ ਇਸ ਗੱਲ ਦੇ ਬਹੁਤ ਐਕਟਿਵ ਹੈ, ਬਹੁਤ ਜ਼ਿਆਦਾ ਐਕਟਿਵ ਹੈਗੇ ਆ ਕਿ ਜਿਹੜਾ ਬੈਕਲੌਗ ਹੈਗਾ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ। ਪਰ ਤੁਸੀਂ ਸਰਪ੍ਰਾਈਜ਼ ਹੋ ਕਿ ਇਦਾਂ ਇੰਨੇ ਐਕਟਿਵ ਕਿੱਦਾਂ ਹੋ ਗਏ ਨੇ? ਹਾਂਜੀ ਦੇयर ਮਸਟ ਬੀ ਸਮ ਰੀਜ਼ਨ ਬਿਹਾਈਂਡ ਇਟ। ਓਵਰਨਾਈਟ ਉਹਨਾਂ ਨੇ ਇੱਕਦਮ ਸਾਰੀਆਂ ਅਪਾਇੰਟਮੈਂਟਸ ਇਸ਼ੂ ਕਰਨੀਆਂ ਸ਼ੁਰੂ ਕਰਤੀਆਂ। ਜਿਹੜੇ ਵੀ ਸਟਕ ਸੀਗੇ ਕੇਸ ਹੁਣ ਚੱਲਣੇ ਸ਼ੁਰੂ ਹੋ ਗਏ ਆ। ਜਿੱਥੇ ਉਹਨਾਂ ਨੇ ਫਿੰਗਰ ਲੈਣੇ ਹੈਗੇ ਉਹ ਬੁਲਾ ਰਹੇ ਹੈਗੇ, ਜਿੱਥੇ ਫਿੰਗਰ ਉਹ ਨਹੀਂ ਲੈਣਾ ਚਾਹੁੰਦੇ ਹੈਗੇ ਉਹ ਈਮੇਲਸ ਕਰ ਰਹੇ ਹੈਗੇ ਵੀ ਤੁਸੀਂ ਆਪਣੇ ਆਇਡੈਂਟੀਟੀ ਡਾਕੂਮੈਂਟਸ ਜਿਹੜੇ ਹੈਗੇ ਆ, ਪਾਸਪੋਰਟ ਸਾਨੂੰ ਓਰੀਜਨਲ ਭੇਜੋ, ਇਸ ਐਡਰੈਸ ਤੇ ਭੇਜੋ, ਸਾਨੂੰ ਫੋਟੋਗ੍ਰਾਫਸ ਭੇਜੋ ਆਪਣੇ, ਜੋ ਉਹਨਾਂ ਨੂੰ ਰੁਕਾ। ਗੱਲ ਇਹ ਹੈਗੀ ਵੀ ਹਰ ਕੇਸ ਤੋਂ ਉਹ ਇੰਡੀਵਿਜੂਅਲੀ ਲੈ ਰਹੇ ਆ ਹੁਣ। ਅੱਛਾ, ਹਰ ਐਪਲੀਕੇਸ਼ਨ ਨੂੰ ਇੰਡੀਵਿਜੂਅਲੀ ਲੈ ਰਹੇ। ਕਿਸੇ ਐਪਲੀਕੇਸ਼ਨ ਦੇ ਵਿੱਚ ਉਹਨਾਂ ਨੂੰ ਕੁਝ ਚਾਹੀਦਾ ਹੈ, ਕਿਸੇ ਐਪਲੀਕੇਸ਼ਨ ਨੂੰ ਕੁਝ ਚਾਹੀਦਾ ਹੈ, ਜੋ ਉਹਨੂੰ ਚਾਹੀਦਾ ਉਹ ਆਪ ਕੰਟੈਕਟ ਕਰ ਰਹੇ ਹੈਗੇ। ਪਰ ਇਜ਼ ਦਿਸ ਟਰੂ ਕਿ 24 ਘੰਟੇ 48 ਘੰਟੇ ਦੇ ਵਿੱਚ ਹੁਣ ਰਿਪਲਾਈਆਂ ਆ ਰਹੀਆਂ ਨੇ? ਕਈ ਆ ਵੀ ਰਹੀਆਂ, ਬਿਲਕੁਲ ਆ ਰਹੀਆਂ। ਹੁਣ ਇੱਕ ਛੋਟਾ ਐਗਜ਼ਾਮਪਲ ਹੈ, ਇੱਕ ਕੇਸ ਸੀਗਾ ਤੇ ਉਹ ਲਾਸਟ ਵੀਕ ਗਏ ਸੀਗੇ ਫਿੰਗਰਪ੍ਰਿੰਟਸ ਕਰਾਉਣ ਕ੍ਰੋਇਡਨ, ਤੇ ਅੱਜ ਡਿਸੀਜਨ ਵੀ ਆ ਗਿਆ ਉਹਨਾਂ ਦਾ। ਉਹਨਾਂ ਦੀ ਐਪਲੀਕੇਸ਼ਨ ਲਾਕਡਾਊਨ ਤੋਂ ਪਹਿਲੇ ਕੀਤੀ ਸੀਗੀ। ਲਾਕਡਾਊਨ ਦੇ ਤੋਂ ਪਹਿਲੇ ਇੰਟਰਵਿਊ ਤੇ ਉਹਦੀ ਅਪਾਇੰਟਮੈਂਟ ਸੀਗੀ ਪਰ ਅਪਾਇੰਟਮੈਂਟ ਕੈਂਸਲ ਹੋ ਗਈ ਤੇ ਉਹਨਾਂ ਨੇ ਇੱਕਦਮ ਹੀ ਉਹਨੂੰ ਕੰਟੈਕਟ ਕੀਤਾ, ਡਾਕੂਮੈਂਟਸ ਭੇਜੋ, ਤੇ ਨਾਲ ਹੀ ਉਹਨਾਂ ਨੇ ਉਹਨਾਂ ਨੂੰ ਬੁਲਾ ਲਿਆ ਉੱਥੇ। ਤੇ ਨਾਲ ਹੀ ਹਲੇ ਲਾਸਟ ਵੀਕ ਦੀ ਗੱਲ ਆ, ਅੱਜ ਡਿਸੀਜਨ ਵੀ ਆ ਗਿਆ। ਯੈਸ, ਉਹ ਚਲੋ। ਮੈਂ ਇੱਕ ਦਫਾ ਟੈਲੀਫੋਨ ਨੰਬਰ ਰਿਪੀਟ ਕਰ ਦੇਣਾ, ਅਗਰ ਤੁਸੀਂ ਕਾਲ ਕਰੋਗੇ ਆਪਣੇ ਇਕਬਾਲਦੀਪ ਜੀ ਨਾਲ ਗੱਲ ਕਰਨੀ ਹੈ ਉਹ ਜਾਂ ਤੁਸੀਂ ਆਪਣਾ ਨੰਬਰ ਛੱਡਣਾ ਹੈ, ਪਲੀਜ਼ ਸਾਡਾ ਕਾਲ ਸੈਂਟਰ ਨੂੰ ਕਾਲ ਕਰੋ 0121 551 1001। ਕੀਪ ਕਾਲਿੰਗ। ਤੁਸੀਂ ਰਾਤ ਨੂੰ 10 10:30 ਵਜੇ ਤੱਕ ਵੀ ਕਾਲ ਕਰ ਸਕਦੇ ਹੋ। ਅਗਰ ਤੁਸੀਂ ਇਹਨਾਂ ਨਾਲ ਗੱਲ ਕਰਨੀ ਹੈ ਤਾਂ ਪਲੀਜ਼ ਯੂ ਗੋ ਟੂ ਕਾਲ ਬਿਟਵੀਨ 6 to 7 o'clock। ਲਾਸਟ ਮਿੰਟ ਤੱਕ ਨਾ ਛੱਡਿਓ, ਫਿਰ ਕਈ ਦਫਾ ਅਸੀਂ ਕਾਲ ਨਹੀਂ ਲੈ ਪਾਉਂਦੇ ਕਿ ਬਹੁਤ ਪਤਾ ਨਹੀਂ ਆਦਤ ਹੈ ਲੋਕੀ ਕਿ ਲਾਸਟ ਮਿੰਟ ਤੱਕ ਛੱਡ ਦਿੰਦੇ ਨੇ। ਆਈ ਡੋਨਟ ਨੋ ਵਾਈ। ਹੁਣ ਇਹਦੀ ਪਹਿਲਾਂ ਸਭ ਤੋਂ ਪਹਿਲਾਂ ਥੋੜੀ ਬਹੁਤੀ ਤਾਂ ਅਸੀਂ ਗੱਲ ਦਿੱਤੀ ਅਪਡੇਟ। ਕਈਆਂ ਬੰਦਿਆਂ ਨੂੰ ਮੈਨੂੰ ਕਾਲ ਆਇਆ ਸੀ ਕਿ ਮੇ ਦੇ ਵਿੱਚ ਜਿਹੜੀ ਉਹਨਾਂ ਨੇ ਸੀਗਾ ਉਹਨਾਂ ਨੂੰ ਰਿਪਲਾਈ ਨਹੀਂ ਆਈ, ਉਹ ਕੀ ਕਰਨ ਉਹਦੇ ਬਾਰੇ? ਜੇ ਤੁਹਾਨੂੰ ਰਿਪਲਾਈ ਨਹੀਂ ਆ ਰਹੀ, ਮੇ ਬੀ ਵੈਸੇ ਤੁਹਾਨੂੰ ਆਉਣੀ ਚਾਹੀਦੀ ਹੈਗੀ ਰਿਪਲਾਈ, ਕਿਉਂਕਿ ਕਾਫੀ ਉਹਨਾਂ ਨੇ ਆਪ ਹੀ ਪਿਕ ਕਰ ਰਹੇ ਪਏ ਹੈਗੇ। ਜਿਹੜੀ ਸਟੋਪਰਾ ਸਟਰੀਟ ਹੈ ਜਿਹੜੀ ਹੈਗੀ ਉਹ ਵੀ ਐਪਲੀਕੈਂਟਸ ਨੂੰ ਆਪ ਕੰਟੈਕਟ ਕਰ ਰਹੀ ਹੈਗੀ ਆ। ਤੇ ਜਿਹੜੀ ਦੂਜੀ ਸਰਵਿਸ ਐਂਡ ਸਪੋਰਟ ਸੈਂਟਰਸ ਜਿਹੜੇ ਹੈਗੇ ਆ, ਜਿਹੜੇ ਜੇ ਤੁਸੀਂ ਇੱਥੇ ਕੱਚੇ ਹੈਗੇ ਹੋ ਜਾਂ ਤੁਸੀਂ ਓਵਰਸਟੇ ਕੀਤਾ ਹੋਇਆ ਤੇ ਉਹਨਾਂ ਵਾਸਤੇ ਸੈਪਰੇਟ ਉਹਨਾਂ ਨੇ ਡਿਪਾਰਟਮੈਂਟ ਬਣਾਇਆ ਹੈਗਾ, ਉਹ ਵੀ ਤੁਹਾਨੂੰ ਆਪ ਕੰਟੈਕਟ ਕਰਦੇ ਹੈਗੇ। ਜਿੱਦਾਂ ਅਸੀਂ ਹੁਣੇ ਗੱਲ ਕੀਤੀ ਸੀਗੀ, ਜੇ ਤੁਹਾਨੂੰ ਉਹਨਾਂ ਨੇ ਨਹੀਂ ਕੰਟੈਕਟ ਕੀਤਾ ਹੈਗਾ ਤੇ ਤੁਸੀਂ ਉਹਨਾਂ ਨੂੰ ਇੱਕ ਰਿਮਾਈਂਡਰ ਭੇਜ ਸਕਦੇ ਹੈਗੇ ਹੋ। ਉਹਨਾਂ ਦੀ ਇੱਕ ਡੈਜ਼ਿਗਨੇਟਿਡ ਈਮੇਲ ਵਗੈਰਾ ਉਹਨਾਂ ਨੇ ਬਣਾਈ ਹੋਈ ਹੈ, ਸਾਰਾ ਕੁਝ ਈਮੇਲ ਤੇ ਚੱਲ ਰਿਹਾ ਹੈ ਹੁਣ। ਕੋਈ ਪੋਸਟ ਸਿਸਟਮ ਨਹੀਂ ਹੈਗਾ, ਕੋਈ ਫੈਕਸ ਸਿਸਟਮ ਨਹੀਂ ਹੈਗਾ। ਕਾਫੀ ਫਾਸਟ ਉਹਨਾਂ ਨੇ ਡੈਜ਼ਿਗਨੇਟਿਡ ਈਮੇਲਸ ਬਣਾਈਆਂ ਹੋਈਆਂ ਵੀ ਜਿਹੜੀ ਸਾਰੀ ਕੋਰਸਪੋਂਡੈਂਸ ਸਟ੍ਰੇਟ ਅਵੇ ਈਮੇਲ ਤੇ ਹੋ ਰਹੀ ਹੈ ਹੁਣ। ਹਰ ਐਪਲੀਕੇਸ਼ਨ ਦੀ ਉਹਨਾਂ ਨੇ ਸਪੈਸੀਫਿਕ ਈਮੇਲ ਬਣਾਈ ਹੈਗੀ ਹੈ। ਤੁਸੀਂ ਉਸ ਈਮੇਲ ਤੇ ਆਪਣੇ ਜਿਹੜਾ ਵੀ ਤੁਹਾਡਾ ਲੀਗਲ ਰਿਪਰੈਜ਼ੈਂਟੇਟਿਵ ਹੈਗਾ, ਹਰ ਇੱਕ ਲੀਗਲ ਰਿਪਰੈਜ਼ੈਂਟੇਟਿਵ ਕੋ ਈਮੇਲਸ ਹੈਗੀਆਂ। ਹੁਣ ਤੁਸੀਂ ਉਹਨਾਂ ਨੂੰ, ਜੇ ਤੁਹਾਨੂੰ ਨਹੀਂ ਉਹਨਾਂ ਨੇ ਕੰਟੈਕਟ ਕੀਤਾ ਤਾਂ ਤੁਸੀਂ ਆਪ ਉਹਨਾਂ ਨੂੰ ਰਿਮਾਈਂਡਰ ਭੇਜ ਸਕਦੇ ਹੈਗੇ ਹੋ, ਤੇ ਜਾਂ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੈਗੇ ਹੋ। ਤੇ ਇਹ ਚੀਜ਼ ਮੈਂ ਕਹੂੰਗਾ ਤੁਹਾਨੂੰ, ਜੇ ਕੋਈ ਵੀ ਇੱਦਾਂ ਕੋਈ ਫਸਿਆ ਹੈਗਾ ਤੇ ਟਰਾਈ ਕਰੋ ਉਹਨਾਂ ਨੂੰ। ਵੈਸੇ ਤਾਂ ਤੁਹਾਨੂੰ ਟਰਾਈ ਕਰਨ ਦੀ ਵੀ ਲੋੜ ਨਹੀਂ, ਅੱਜ ਨਹੀਂ ਤਾਂ ਕੱਲ ਤੁਹਾਡੀ ਈਮੇਲ ਆਈ ਜਾਣੀ ਹੈਗੀ ਉਹਨਾਂ ਨੇ ਡਾਕੂਮੈਂਟ। ਦੂਸਰੀ ਗੱਲ ਅਸੀਂ ਪਤਾ ਥੋੜੇ ਜਿਹੇ ਵੀਕਾਂ ਦੇ ਡਿਸਕਸ ਕਰਦੇ ਆ ਰਹੇ ਹਾਂ। ਮੈਂ ਹਮੇਸ਼ਾ ਤਾਂ ਕਹਿੰਦੇ ਰਹੇ ਇਹਨਾਂ ਦੇ ਜਦੋਂ ਵੀ ਸ਼ੋਅ ਕਰਦੇ ਕੁਝ ਪਤਾ ਲੱਗਦਾ ਥੋੜੀ ਸ਼ੋਅ ਤੋਂ ਪਹਿਲਾਂ ਗੱਲਬਾਤ ਕਰੀਦੀ ਹੈ। ਹੁਣ ਡਿਲੇ ਨਾ ਕਰੋ ਪਲੀਜ਼ ਕਿਸੇ ਤਰ੍ਹਾਂ ਦੀ ਐਪਲੀਕੇਸ਼ਨ। ਦਿਸ ਇਜ਼ ਦ ਟਾਈਮ ਯੂ ਗੋ ਟੂ ਪੁੱਟ ਯੂਰ ਐਪਲੀਕੇਸ਼ਨ ਪੇਪਰ ਥਰੂ ਐਸ ਸੂਨ ਐਸ ਯੂ ਕੈਨ। ਬਾਕੀ ਜਦੋਂ ਮੈਂ ਲਾਸਟ ਟਾਈਮ ਕਿਹਾ ਸੀ ਤੁਸੀਂ ਕਿਸੇ ਨੂੰ ਵੀ ਬੁਲਾਉਣਾ, ਆਪਣੇ ਰਿਸ਼ਤੇਦਾਰ ਨੂੰ, ਆਪਣੇ ਪੇਰੈਂਟਸ ਨੂੰ ਬੁਲਾਉਣਾ, ਬੱਚਿਆਂ ਨੂੰ ਬੁਲਾਉਣਾ, ਕਿਸੇ ਹੋਰ ਨੂੰ, ਉਹਦੀ ਵੀ ਐਪਲੀਕੇਸ਼ਨ ਪਾਓ। ਕਿਉਂਕਿ
ਜਿੱਥੇ ਤੱਕ ਅਸੀਂ ਹੁਣ ਵਿਕਾ 'ਚ ਦੇਖਦੇ ਹਾਂ ਕਿ ਜਿਹੜੀ ਹੋਮ ਆਫਿਸ ਹੈ ਕਾਫੀ ਸਿੰਪਥੈਟਿਕ ਹੈਗੇ ਨੇ ਡਿਸੀਜਨ ਬਣਾਉਣ ਦੇ ਵਿੱਚ। ਉਹਦਾ ਕੀ ਰੀਜ਼ਨ ਹੈ ਤੇ ਮੇਬੀ ਤੁਸੀਂ ਕੋਈ ਦੱਸ ਸਕਦੇ ਹੋ? ਸਿੰਪੈਥੈਟਿਕ ਬਿਮਾਰੀ ਕਰਕੇ ਵੀ ਹੋ ਸਕਦਾ, ਕੁਝ ਕੀ ਗੱਲ ਹੈ? ਸਿੰਪੈਥੈਟਿਕ ਐਜ਼ ਇਨ ਨਹੀਂ ਇਦਾਂ ਕਹਿ ਸਕਦੇ, ਜਿਹੜਾ ਕਿ ਕਾਨੂੰਨ ਹੈਗਾ ਉਹ ਤੇ ਕਾਨੂੰਨ ਥੋੜੇ soft ਨੇ ਨਾ। ਥੋੜਾ ਸੌਫਟ ਹੈਗੇ ਆ। ਚਲੋ ਹਰ ਇੱਕ ਨੂੰ ਉਹ ਜੇ ਕਿਸੇ ਦੇ ਸਰਕਮਸਟੈਂਸਸ ਕੋਵਿਡ-19 ਦੇ ਕਰਕੇ ਖਰਾਬ ਹੋਏ ਹੈਗੇ ਆ ਤੇ ਉਹ ਇਸ ਗੱਲ ਨੂੰ ਪੂਰੀ ਇੰਪੋਰਟੈਂਸ ਦਿੰਦੇ ਹੈਗੇ ਆ, ਸੁਣਦੇ ਆ ਤੁਹਾਡੀ ਗੱਲ ਨੂੰ। ਇਹ ਤੇ ਕਿਉਂਕਿ ਗਲੋਬਲ ਇੱਕ ਚੀਜ਼ ਹੈਗੀ ਜਿਹਦੀ ਕਿ ਜੇ ਤੁਹਾਡੀ ਪਰ ਜੇ ਤੁਹਾਡੇ ਸਰਕਮਸਟੈਂਸਸ ਕਿਸੇ ਹੋਰ ਰੀਜ਼ਨ ਕਰਕੇ ਹੈਗੇ ਫਿਰ ਤੁਹਾਨੂੰ ਸੇਮ ਉਹੀ ਟ੍ਰੀਟਮੈਂਟ ਮਿਲੂਗਾ ਜੋ ਹੋਣਾ ਚਾਹੀਦਾ। ਪਰ ਜੇ ਤੁਹਾਡੀ ਕੋਵਿਡ-19 ਕਰਕੇ ਜੇ ਤੁਹਾਡੀ ਕੋਈ ਵੀ ਹੈਗੀ ਤੁਹਾਡੀ ਲਾਈਫ ਦੇ ਵਿੱਚ ਫਰਸਟ੍ਰੇਸ਼ਨ ਆਈ ਜਾਂ ਤੁਸੀਂ ਸੈਲਫ ਆਈਸੋਲੇਟ ਕਰ ਰਹੇ ਹੋ ਜਾਂ ਤੁਸੀਂ ਕੁਝ ਵੀ ਤੁਹਾਨੂੰ ਹੈਗੀ ਤੇ ਉਹ ਸੁਣਦੇ ਹੈਗੇ ਇਸ ਗੱਲ ਨੂੰ। ਇੱਕ ਬੜੀ ਜ਼ਰੂਰੀ ਗੱਲ ਹੈ, ਮੈਂ ਹਮੇਸ਼ਾ ਹਰ ਸੋਚ ਕਰਦਾ ਨਾ, ਪਲੀਜ਼ ਜਿਹੜੀ ਮੁਫਤ ਸਲਾਹ ਹੁੰਦੀ ਬੜੀ ਡੇਂਜਰ ਸਲਾਹ ਹੁੰਦੀ ਹੈ। ਕਾਲ ਕਰੋ, ਤੁਹਾਡੇ ਕਿਸੇ ਤਰ੍ਹਾਂ ਦਾ ਕੁਐਸਚਨ ਹੈ ਪ੍ਰੋਫੈਸ਼ਨਲ ਨੂੰ ਪੁੱਛੋ। ਇਸੇ ਕਰਕੇ ਚੈਨਲ ਨੂੰ ਲੈ ਕੇ ਆਉਂਦੇ ਤਾਂ ਕਿ ਤੁਹਾਨੂੰ ਜਿੱਥੇ ਵੀ ਤੁਸੀਂ ਦੁਨੀਆ 'ਚ ਘਰ ਬੈਠੇ ਹੋ ਕਿਸੇ ਤਰ੍ਹਾਂ ਦਾ ਤੁਹਾਨੂੰ ਕੋਈ ਟਰਬਲ ਹੈਗੀ ਤੁਸੀਂ ਉਹਦੇ ਡਿਸਕਸ ਕਰ ਸਕਦੇ ਹੋ। ਮੈਂ ਫਿਰ ਟੈਲੀਫੋਨ ਰਿਪੀਟ ਕਰਦਾ ਜੋ ਥੱਲੇ ਵੀ ਆ ਰਿਹਾ 0121 5511001 ਤੇ ਕਾਲ ਕਰੋ। ਸਾਡੇ ਕਾਲ ਸੈਂਟਰ ਇਜ਼ ਓਪਨ ਨਾਓ। ਇਕਬਾਲਦੀਪ ਜੀ, ਜਿਹੜਾ ਹੁਣ ਕੋਰੋਨਾ ਵਾਇਰਸ ਕਰਕੇ ਇਹਨਾਂ ਦਾ ਐਡਵਾਈਸ ਸੀਗੀ ਫॉर ਦੀ ਟੀਅਰ 2, 4 ਐਂਡ 5 ਸਪਾਂਸਰਸ ਦਾ, ਉਹਦਾ ਕੀ ਹਿਸਾਬ ਹੈਗਾ? ਹਾਂਜੀ, ਇਹ ਬੜਾ ਚੰਗਾ ਸਵਾਲ ਤੁਸੀਂ ਪੁੱਛਿਆ। ਅਸੀਂ ਹਮੇਸ਼ਾ ਜਿਹੜੇ ਮਾਈਗ੍ਰੈਂਟ ਐਪਲੀਕੈਂਟਸ ਹੈਗੇ ਉਹਨਾਂ ਦੀ ਗੱਲ ਕਰਦੇ ਹੈਗੇ। ਅੱਜ ਚਲੋ ਇਹ ਤੁਹਾਡਾ ਚੰਗਾ ਸਵਾਲ। ਅੱਜ ਅਸੀਂ ਜਿਹੜੇ ਕਿ ਸਪਾਂਸਰ ਕਰ ਰਹੇ ਹੈਗੇ ਆ, ਫੋਰ ਐਗਜ਼ਾਮਪਲ ਜਿੱਦਾਂ ਯੂਨੀਵਰਸਿਟੀਜ਼ ਹੋ ਗਈਆਂ ਤੇ ਜਿਹੜੇ ਜਿਹਨੂੰ ਅਸੀਂ ਟੀਅਰ 4 ਸਪਾਂਸਰਸ ਕਹਿੰਦੇ ਹੈਗੇ ਆ, ਜਿਹੜੇ ਉਸ ਤੋਂ ਬਾਅਦ ਅਸੀਂ ਜਿਹੜੇ ਵਰਕ ਪਰਮਿਟ ਵਾਸਤੇ ਟੀਅਰ 2 ਵਾਸਤੇ ਜਿਹੜੇ ਸਪਾਂਸਰਸ ਜਿਹੜੇ ਹੈਗੇ EMPLOYERS ਜਿਹੜੇ ਹੈਗੇ ਇਹ ਉਹਨਾਂ ਵਾਸਤੇ ਹਾਂਜੀ ਹਾਂਜੀ ਆਪਾਂ ਕਦੀ ਗੱਲ ਨਹੀਂ ਕੀਤੀ। ਮੈਂ ਚੰਗਾ ਸਵਾਲ ਹੈ ਜੋ ਮੈਂ ਨੈਚੁਰਲੀ ਪਹਿਲਾਂ ਵੀ ਕਹਿ ਰਿਹਾ ਤੁਸੀਂ ਛੇਤੀ ਕਰੋ ਤਾਂ ਕਿ ਹੁਣ ਅੱਛਾ ਪੁਆਇੰਟ ਹੈਗਾ ਕਰਨ ਦਾ ਨਾ। ਹਾਂਜੀ ਜਿਹਨਾਂ ਬੁਲਾਣਾ ਅੱਛਾ ਉਹਦੇ ਦੱਸੋ। ਹਾਂਜੀ ਹਾਂਜੀ, ਉਹਦੇ ਵਿੱਚ ਇਹ ਆ ਵੀ ਜਿੱਦਾਂ ਹੁਣ ਬੇਸਿਕਲੀ ਤੇ ਜਿਹੜੇ ਪੈਂਡੈਮਿਕ ਤੋਂ ਪਹਿਲੇ ਤਾਂ ਕਾਫੀ ਰਿਕੁਆਇਰਮੈਂਟ ਸੀਗੀਆਂ, ਕਾਫੀ ਰਿਸਟ੍ਰਿਕਸ਼ਨਸ ਸੀਗੀਆਂ। ਜਿਹੜੇ ਕਿ ਸਪਾਂਸਰਸ ਜਿਹੜੇ ਸੀਗੇ ਟੀਅਰ 4 ਸਪਾਂਸਰ ਹੋ ਗਏ, ਟੀਅਰ 2 ਸਪਾਂਸਰ ਹੋ ਗਏ ਜਾਂ ਟੀਅਰ 5 ਸਪਾਂਸਰ ਜਿਹੜੇ ਹੋ ਗਏ ਤੇ ਉਹਨਾਂ ਦੇ ਵਿੱਚ ਜੇ ਤੁਸੀਂ ਸਟੂਡੈਂਟ ਜਿਹੜਾ ਹੈਗਾ ਜੇ ਯੂਨੀਵਰਸਿਟੀ 'ਚ ਪੜ੍ਹਦਾ ਹੈਗਾ ਤੇ ਜੇ ਉਹ 60 ਡੇਜ਼ ਤੋਂ ਜ਼ਿਆਦਾ ਜੇ ਉਹ ਐਬਸੈਂਟ ਰਹਿੰਦਾ ਹੈਗਾ ਤੇ ਫਿਰ ਜਿਹੜੀ ਐਜ਼ ਅ ਅੰਡਰ ਦਾ ਸਪਾਂਸਰਸ਼ਿਪ ਡਿਊਟੀਜ਼ ਜਿਹੜੀ ਹੈ ਯੂਨੀਵਰਸਿਟੀ 'ਚ ਹੋ ਗਈ ਜਾਂ ਟੀਅਰ 4 ਸਪਾਂਸਰ ਜਿਹਨੂੰ ਅਸੀਂ ਕਹਿੰਦੇ ਹੈਗੇ ਆ, ਉਹਨਾਂ ਨੂੰ ਰਿਪੋਰਟ ਕਰਨਾ ਪੈਂਦਾ ਸੀਗਾ ਸਟੂਡੈਂਟ ਨੂੰ ਵੀ ਉੱਥੇ ਤੁਸੀਂ ਇਮੀਗ੍ਰੇਸ਼ਨ ਨੂੰ ਵੀ ਸਟੂਡੈਂਟ ਯੂਨੀਵਰਸਿਟੀ ਛੱਡ ਕੇ ਚੱਲ ਗਿਆ ਹੈਗਾ। ਇਹ ਤੁਹਾਡੀਆਂ ਡਿਊਟੀਜ਼ ਦੇ ਅੰਡਰ ਆਉਂਦਾ ਹੈਗਾ। ਜੇ ਤੁਸੀਂ ਨਹੀਂ ਕਰਦੇ ਸੀਗੇ ਤੇ ਉਹਨਾਂ ਉੱਤੇ ਕਾਫੀ ਪ੍ਰੋਬਲਮ ਹੁੰਦੀ ਸੀ। ਪਰ ਉਹਨਾਂ ਨੇ ਕਾਫੀ ਰਿਲੈਕਸੇਸ਼ਨ ਸਿਰਫ ਕੋਵਿਡ-19 ਦੇ ਕੇਸਾਂ ਵਿੱਚ ਕੀਤੀ ਹੈਗੀ। ਜੇ ਜਿਹੜਾ ਸਟੂਡੈਂਟ ਹੈਗਾ ਜੇ ਕੋਵਿਡ-19 ਕਰਕੇ ਉਹ ਆਪਣੀ ਅਟੈਂਡੈਂਸ ਨਹੀਂ ਕਰ ਪਾ ਰਿਹਾ ਜਾਂ ਉਹਦੇ ਸਰਕਮਸਟੈਂਸਸ ਜਿਹੜੀ ਐਬਸੈਂਸ ਰਹੇਗੀ ਬਿਕੋਜ਼ ਆਫ ਦਾ ਕੋਵਿਡ-19 ਹੈਗੀ ਆ, ਫੋਰ ਐਗਜ਼ਾਮਪਲ ਉਹ ਸਟੂਡੈਂਟ ਜਿਹੜਾ ਹੈਗਾ ਸੈਲਫ ਆਈਸੋਲੇਸ਼ਨ 'ਚ ਹੋ ਸਕਦਾ ਜਾਂ ਉਹ ਆਪ ਉਹਨੂੰ ਹੋ ਸਕਦੀ ਹੈਗੀ ਆ ਬਿਮਾਰੀ ਹੋ ਸਕਦੀ ਹੈਗੀ ਆ ਜਾਂ ਕੁਝ ਵੀ ਹੋ ਸਕਦਾ। ਇਹਨਾਂ ਹਾਲਾਤਾਂ ਦੇ ਵਿੱਚ ਯੂਨੀਵਰਸਿਟੀ ਦੇ ਉੱਤੇ ਕੋਈ ਓਬਲੀਗੇਸ਼ਨ ਨਹੀਂ ਹੈਗੀ ਉਹਨੂੰ ਸਟੂਡੈਂਟ ਨੂੰ ਰਿਪੋਰਟ ਕਰਨ ਦੀ ਤੇ ਉਹ ਉਹਨਾਂ ਨੂੰ ਕਹਿ ਸਕਦੇ ਹੈਗੇ ਵੀ ਸਾਨੂੰ ਰਿਪੋਰਟ ਕਰਨ ਦੀ ਲੋੜ ਨਹੀਂ ਹੈਗੀ। ਇਦਾਂ ਇਸ ਸੇਮ ਵੇ ਜਿਹੜੀ ਹੈਗੀ ਆ ਜੇ ਤੁਸੀਂ ਟੀਅਰ 2 ਤੇ ਟੀਅਰ 5 ਦੀ ਗੱਲ ਕਰਦੇ ਜਿਹਨੂੰ ਅਸੀਂ ਵਰਕ ਪਰਮਿਟਸ ਵੀ ਕਹਿੰਦੇ ਹੈਗੇ ਆ ਤੇ ਜਿਹੜੇ EMPLOYERS ਜਿਹੜੇ ਹੈਗੇ ਕਾਫੀ ਜ਼ਿਆਦਾ ਉਹਨਾਂ ਉੱਤੇ ਚੈੱਕ ਸੀਗੇ, ਕਾਫੀ ਜ਼ਿਆਦਾ ਰਿਸਪੌਂਸਿਬਿਲਿਟੀ ਸੀਗੀਆਂ। ਜੇ EMPLOYER ਤੁਹਾਨੂੰ ਜੇ ਤੁਸੀਂ ਉਹਦਾ ਵੀਜ਼ਾ ਸਪਾਂਸਰ ਕੀਤਾ ਹੈਗਾ ਜੇ ਤੁਹਾਡੀ ਸਪਾਂਸਰਸ਼ਿਪ ਤੇ ਉਹਦਾ ਵੀਜ਼ਾ ਹੈਗਾ ਤੇ ਜੇ ਉਹ ਕੰਮ ਨਹੀਂ ਕਰਦਾ ਜਾਂ ਛੱਡ ਜਾਂਦਾ ਹੈਗਾ ਤੇ ਇੱਥੇ ਤੁਹਾਨੂੰ ਰਿਪੋਰਟ ਕਰਨਾ ਪੈਂਦਾ ਸੀਗਾ। ਤੇ ਇਹ ਫਿਰ ਜਿੱਦਾਂ ਟੀਅਰ 4 ਦੇ ਵਿੱਚ ਇੱਥੇ ਵੀ ਇਹੀ ਉਹਨਾਂ ਨੇ ਰੱਖਿਆ ਹੈਗਾ ਵੀ ਜੇ ਤੁਹਾਡੀ EMPLOYER ਦੀ ਐਬਸੈਂਸ ਜਿਹੜੀ ਹੈਗੀ ਆ ਉਹ ਕਰੋਨਾ ਵਾਇਰਸ ਦੇ ਕਰਕੇ ਰੀਜ਼ਨ ਦੇ ਕਰਕੇ ਹੈਗੀ ਆ ਤੇ ਫਿਰ ਤੁਸੀਂ ਤੁਹਾਨੂੰ ਸਾਨੂੰ ਰਿਪੋਰਟ ਕਰਨ ਦੀ ਲੋੜ ਨਹੀਂਗੀ, ਤੁਸੀਂ ਵੇਟ ਕਰ ਸਕਦੇ ਹੈਗੇ ਹੋ। ਜਦੋਂ ਮੈਂ ਕਹਿੰਦਾ ਸਿੰਪੈਥੈਟਿਕ ਮੇਰਾ ਮਤਲਬ ਕਿ ਇਦਾਂ ਦੀ ਗੱਲਾਂ ਦੇ ਉੱਪਰ ਥੋੜਾ ਉਹ ਨਾ ਗੌਰ ਕਰਦੇ ਨੇ। ਹਾਂਜੀ ਹਾਂਜੀ, ਉਹ ਤੁਹਾਡੇ ਸਰਕਮਸਟੈਂਸਸ ਜੇ ਤੁਹਾਨੂੰ ਕੰਸੀਡਰ ਕਰ ਰਹੇ ਹੈਗੇ। ਪਰ ਇਦਾਂ ਹੀ ਜੇ ਤੁਹਾਡੀ ਜੇ ਟੀਅਰ 2 ਦੇ ਵਿੱਚ ਤੁਹਾਨੂੰ ਮਿਨੀਮਮ ਸੈਲਰੀ ਦੀ ਰਿਕੁਆਇਰਮੈਂਟਸ ਵੀ ਕਾਫੀ ਹੈਗੀਆਂ ਵੀ ਜਿਹਦੇ ਵਿੱਚ ਤੁਹਾਡੀ ਸੈਲਰੀ ਇੰਨੀ ਹੋਣੀ ਚਾਹੀਦੀ ਹੈ ਤੇ ਜੇ ਤੁਹਾਡੀ ਸੈਲਰੀ ਕਰੋਨਾ ਵਾਇਰਸ ਦੀ ਵਜ੍ਹਾ ਤੋਂ ਤੁਹਾਡੀ ਸੈਲਰੀ ਥੱਲੇ ਗਈ ਹੈਗੀ ਹੈ ਤੇ ਉਹਦੇ ਵਿੱਚ ਵੀ ਉਹਨਾਂ ਨੂੰ ਰਿਲੈਕਸੇਸ਼ਨ ਕੀਤੀ ਹੈਗੀ ਵੀ ਤੁਹਾਨੂੰ ਜਿਹੜੇ ਐਪਲੀਕੈਂਟਸ ਜਿਹੜੇ ਹੈਗੇ ਤੁਹਾਨੂੰ ਵਰੀ ਕਰਨ ਦੀ ਲੋੜ ਨਹੀਂ। ਉਹ ਜੇ ਤੁਹਾਡੀ ਸੈਲਰੀ ਇਸ ਰੀਜ਼ਨ ਕਰਕੇ ਥੱਲੇ ਗਈ ਹੈਗੀ ਹੈ ਜਿਹੜੀ ਕਿ ਮਿਨੀਮਮ ਰਿਕੁਆਇਰਮੈਂਟ ਤੋਂ ਤੇ ਉਹ ਤੁਹਾਨੂੰ ਜਾਂ ਥੱਲੇ ਗਈ ਜਾਂ ਬੰਦ ਹੋ ਗਈ ਜੇ ਬੰਦ ਹੋਈ ਹੈਗੀ ਜਾਂ ਤੁਹਾਨੂੰ ਤੁਸੀਂ ਫਰਲੋ ਤੇ ਹੈਗੇ ਜਾਂ ਕੁਝ ਵੀ ਤੁਹਾਡੀ ਕੋਈ ਵੀ ਤੁਹਾਡੀ ਜਿਹੜੀ ਰਿਕੁਆਇਰਮੈਂਟ ਜਿਹੜੀ ਤੁਸੀਂ ਆਪਣੀ ਫਰਦਰ ਐਕਸਟੈਂਸ਼ਨ ਵਾਸਤੇ ਮੀਟ ਕਰਨੀਆਂ ਸੀਗੀਆਂ ਜਾਂ ਉਹਦੇ ਕਰਕੇ ਵਾਇਰਸ ਕਰਕੇ ਤੁਹਾਨੂੰ ਉਹਦੇ ਉੱਤੇ ਇਫੈਕਟ ਕੋਈ ਪੈ ਰਿਹਾ ਹੈਗਾ ਤੇ ਉਹਨਾਂ ਨੇ ਕਾਫੀ ਉਹਦੇ ਵਿੱਚ ਰਿਲੈਕਸੇਸ਼ਨ ਕੀਤੀ ਹੈਗੀ ਹੈ ਵੀ ਤੁਸੀਂ ਉਹ ਉਹਨਾਂ ਨੂੰ ਕੰਸੈਸ਼ਨ ਦੇਣਗੇ ਵੀ ਹਾਂ ਜੇ ਤੁਸੀਂ ਉਹਨਾਂ ਨੂੰ ਜੇ ਪ੍ਰੂਵ ਕਰ ਦੋਗੇ ਵੀ ਇਹ ਚੀਜ਼ ਇਸ ਕਰਕੇ ਸੀਗੀ। ਤੇ ਜੇ ਬਾਕੀ ਕੋਈ ਗੱਲ ਹੈਗੀ ਆ ਉਹਦੇ ਵਿੱਚ ਨਹੀਂ ਉਹਨਾਂ ਨੇ ਕੋਈ ਕੰਸੈਸ਼ਨ ਰੱਖਿਆ। ਸਿਰਫ ਤੇ ਸਿਰਫ ਜੇ ਤੁਹਾਡੀ ਸਰਕਮਸਟੈਂਸਸ ਕੋਵਿਡ-19 ਕਰਕੇ ਅਫੈਕਟ ਹੋਏ ਹੈਗੇ ਆ ਤੇ ਉਹਦੇ ਵਿੱਚ ਉਹਨਾਂ ਨੇ ਕਾਫੀ ਜਿਹੜੀਆਂ ਰਿਲੈਕਸੇਸ਼ਨ ਦਿੱਤੀਆਂ ਹੈਗੀਆਂ ਟੀਅਰ 2 ਸਪਾਂਸਰਸ ਨੂੰ, ਟੀਅਰ 4 ਤੇ 5 ਸਪਾਂਸਰਸ 4 to 5 ਨੂੰ। ਹਾਂਜੀ,
बहुत अच्छी गल प्लीज़ जो भी मैं कही जाना बार बार कहना है जो भी एप्लीकेशन डिले ना करो बिकॉज ਹੁਣ ਹੋਮ ਆਫਿਸ ਬੜੀ ਫਾਸਟ ਕੰਮ ਕਰ ਰਹੀ ਹੈ ਜਿੱਦਾਂ ਇਕਬਾਲਦੀਪ ਨੇ ਦੱਸਿਆ 24 ਤੇ 48 ਆਵਰਸ ਦੇ ਵਿੱਚ ਤੁਹਾਨੂੰ ਰਿਪਲਾਈ ਆਉਂਦੀ ਹੈ ਜਿਨ੍ਹਾਂ ਨੂੰ ਨਹੀਂ ਆਏ ਤੇ ਮੈਨੂੰ ਲੱਗਦਾ ਉਹਨਾਂ ਨੂੰ ਥੋੜੇ ਦਿਨਾਂ ਚ ਕਦੇ ਦਿਨ ਚਾਲਣੀ ਚਾਹੀਦੀ ਉਹਨਾਂ ਹਾਂਜੀ ਹਾਂਜੀ ਉਹ ਤੁਹਾਨੂੰ ਇਸ ਵੇਲੇ ਹੋਮ ਆਫਿਸ ਜਿਹੜਾ ਹੈਗਾ ਉਹ ਜੇ ਤੁਸੀਂ ਐਪਲੀਕੇਸ਼ਨਸ ਪਹਿਲੇ ਕੀਤੀਆਂ ਹੈਗੀਆਂ ਉਹ ਤੁਹਾਨੂੰ ਆਪ ਹੀ ਕੰਟੈਕਟ ਕਰਦੇ ਪਏ ਹੈਗੇ ਆ ਤੇ ਮੈਂ ਜਿੱਦਾਂ ਤੁਹਾਨੂੰ ਪਹਿਲੇ ਵੀ ਹੁਣੇ ਥੋੜੀ ਦੇਰ ਪਹਿਲੇ ਵੀ ਐਕਸਪਲੇਨ ਕਰਕੇ ਹਟਿਆ ਵਾ ਜਿੱਦਾਂ ਦੀ ਵੀ ਉਹਨਾਂ ਨੂੰ ਡਾਕੂਮੈਂਟੇਸ਼ਨ ਚਾਹੀਦੀ ਹੈਗੀ ਉਹ ਕਹਿੰਦੇ ਵੀ ਸਾਨੂੰ ਇਹ ਚੀਜ਼ ਇੱਥੇ ਭੇਜੋ ਉਹ ਤੁਹਾਨੂੰ ਦੱਸਦੇ ਹੈਗੇ ਆ ਈਮੇਲ ਐਡਰੈਸ ਹੈਗਾ ਆਇਡੈਂਟੀਟੀ ਡਾਕੂਮੈਂਟਸ ਇੱਦਾਂ ਭੇਜੋ ਫਾਰਮ ਤੁਹਾਨੂੰ ਭੇਜਦੇ ਹੈਗੇ ਤੁਸੀਂ ਫੋਨ ਕਰੋ ਉਹਨਾਂ ਨੂੰ ਆਪਣੀ ਅਪਾਇੰਟਮੈਂਟ ਬੁੱਕ ਕਰੋ ਜਿੱਥੇ ਵੀ ਤੁਸੀਂ ਅਕ੍ਰੋਸ ਦਾ ਕੰਟਰੀ ਜਿੱਥੇ ਵੀ ਤੁਸੀਂ ਹੈਗੇ ਹੋ 6-7 ਸੈਂਟਰ ਹੈਗੇ ਇਹਨਾਂ ਦੇ ਸੋਲੀਹਲ ਦੇ ਵਿੱਚ ਹੈਗਾ ਕ੍ਰੋਇਡਨ ਦੇ ਵਿੱਚ ਹੈਗਾ ਕਾਰਡਿਫ ਦੇ ਵਿੱਚ ਹੈਗਾ ਸ਼ੈਫੀਲਡ ਦੇ ਵਿੱਚ ਹੈਗਾ ਲਿਵਰਪੂਲ ਦੇ ਵਿੱਚ ਹੈਗਾ ਗਲਾਸਗੋ ਦੇ ਵਿੱਚ ਹੈਗਾ ਇਹ ਸੈਂਟਰ ਅਕ੍ਰੋਸ ਦ ਯੂਕੇ ਇਹਨਾਂ ਦੇ ਹੈਗੇ ਜੇ ਤੁਹਾਡੇ ਜੇ ਤੁਸੀਂ ਤੁਹਾਡੀ ਅਪਾਇੰਟਮੈਂਟਸ ਜੇ ਨਹੀਂ ਤੁਸੀਂ ਅਪਲਾਈ ਜਿੱਦਾਂ ਪਹਿਲੇ ਹੋਈਆਂ ਤੇ ਤੁਸੀਂ ਉਹ ਤੁਹਾਨੂੰ ਆਪ ਕਹਿੰਦੇ ਪਏ ਹੈਗੇ ਉਹ ਫਾਰਮ ਭੇਜਦੇ ਹੈਗੇ ਨੀਅਰੈਸਟ ਟੂ ਯੂ ਹਾਂਜੀ ਜਿਹੜਾ ਵੀ ਤੁਹਾਡਾ ਨੀਅਰੈਸਟ ਹੈਗਾ ਤੁਸੀਂ ਉਹਦੇ ਤੇ ਆਪਣੀ ਅਪਾਇੰਟਮੈਂਟ ਬੁੱਕ ਕਰੋ ਤੇ ਜੇ ਤੁਸੀਂ ਅਪਾਇੰਟਮੈਂਟ ਤੇ ਜਦੋਂ ਜਾਂਦੇ ਹੈਗੇ ਹੋ ਉਦੋਂ ਹੀ ਤੁਹਾਨੂੰ ਉਸ ਕਾਫੀ ਜਲਦੀ ਤੁਹਾਨੂੰ ਉਹ ਡਿਸੀਜਨ ਦੇ ਰਹੇ ਹੈਗੇ ਜੇ ਤੁਹਾਡੇ ਫਿੰਗਰਪ੍ਰਿੰਟਸ ਹੁੰਦੇ ਆ ਨਾਲ ਹੀ ਵਿਦਿਨ ਫਿਊ ਡੇਜ਼ ਤੁਹਾਨੂੰ ਡਿਸੀਜਨ ਤੁਹਾਡਾ ਮਿਲਦਾ ਪਿਆ ਇਹ ਨਹੀਂ ਹੈਗਾ ਵੀ ਤੁਹਾਨੂੰ ਉਹਨਾਂ ਨੇ ਕਿਉਂਕਿ ਕਾਫੀ ਇਤੋਂ ਇਹ ਲੱਗਦਾ ਵੀ ਉਹਨਾਂ ਨੇ ਪਹਿਲਾਂ ਹੀ ਐਪਲੀਕੇਸ਼ਨਸ ਦੇਖੀਆਂ ਹੋਈਆਂ ਵਾਲੀਆਂ ਸਾਰੀਆਂ ਪਰ ਉਹ ਸਿਰਫ ਜਿਹੜਾ ਪ੍ਰੋਸੀਜਰਲ ਜਿਹੜਾ ਇੱਕ ਚੀਜ਼ ਜਿਹੜੀ ਹੈਗੀ ਆ ਉਹ ਜਿੱਦਾਂ ਤੁਸੀਂ ਫੇਸ਼ੀਅਲ ਇਮੇਜ ਲੈਣੀ ਜਾਂ ਫਿੰਗਰਪ੍ਰਿੰਟਸ ਲੈਣੇ ਇਸ ਕਰਕੇ ਉਹ ਐਪਲੀਕੇਸ਼ਨ ਹੋਲਡ ਤੇ ਸੀਗੀਆਂ ਸਾਰੀਆਂ ਉਹ ਲੈ ਕੇ ਨਾਲੋਂ ਨਾਲ ਤੁਹਾਨੂੰ ਡਿਸੀਜਨ ਇਸ਼ੂ ਕਰ ਰਹੇ ਹੈਗੇ ਆ ਇੱਥੋਂ ਤੇ ਇਹੀ ਅੰਡਰਸਟੈਂਡ ਹੁੰਦਾ ਵੀ ਇੰਨੀ ਫਾਸਟ ਕੰਮ ਦੇਖੋ ਇਹ ਕੰਟਰੀ ਨਾ ਬਣੀ ਹੋਈ ਹੈ ਮੈਨੇਜਮੈਂਟ ਐਡਮਿਨਿਸਟ੍ਰੇਸ਼ਨ ਦੇ ਵਿੱਚ ਜੀ ਇਸੇ ਕਰਕੇ ਸਭ ਦੁਨੀਆ ਚ ਇਹਨਾਂ ਨੇ ਰਾਜ ਕੀਤਾ ਹੈਗਾ ਬਿਲਕੁਲ ਬਿਲਕੁਲ ਔਰ ਉਹ ਬਾਕੀ ਪ੍ਰੂਵ ਕਰ ਰਹੇ ਨੇ ਤੁਸੀਂ ਦੇਖੋ ਹੁਣੀ ਬਾਹਰ ਨਿਕਲੇ ਹੋ ਤੁਸੀਂ ਲੋਕਡਾਊਨ ਦੇ ਵਿੱਚੋਂ ਥੋੜੇ ਆਫਿਸ ਖੁੱਲ ਕੇ ਫੁੱਲ ਫੋਰਸ ਖੁੱਲ ਗਏ ਨੇ ਐਂਡ ਨਾਟ ਓਨਲੀ ਫੁੱਲ ਫੋਰਸ ਖੁੱਲੇ ਫੁੱਲ ਫੋਰਸ ਕੰਮ ਵੀ ਕਰ ਰਹੇ ਨੇ ਕੰਮ ਹੋ ਰਿਹਾ ਉਹ ਕਾਫੀ ਉਹ ਕੋਸ਼ਿਸ਼ ਕਰ ਰਹੇ ਹੈਗੇ ਜ਼ਿਆਦਾ ਤੋਂ ਜ਼ਿਆਦਾ ਬੈਕਲੌਗ ਕਲੀਅਰ ਕਰੋ ਕਿਉਂਕਿ ਵੀਜ਼ਾ ਸੈਂਟਰਸ ਬੰਦ ਹੋਏ ਸੀਗੇ ਇਹਦਾ ਮਤਲਬ ਇਹ ਨਹੀਂ ਸੀਗਾ ਵੀ ਤੁਸੀਂ ਐਪਲੀਕੇਸ਼ਨ ਨਹੀਂ ਕਰ ਸਕਦੇ ਤੇ ਜਿਹੜੀਆਂ ਐਪਲੀਕੇਸ਼ਨਸ ਉਦੋਂ ਪ੍ਰੋਸੈਸ ਨਹੀਂ ਹੋ ਪਾਈਆਂ ਉਹ ਹੁਣ ਜਿੰਨਾ ਵੱਧ ਤੋਂ ਵੱਧ ਬੈਕਲੌਗ ਕੱਢਦੇ ਪਏ ਉਹ ਕੱਢੀ ਜਾ ਰਹੇ ਆ ਵੱਧ ਤੋਂ ਵੱਧ ਫਾਸਟ ਉਹਨਾਂ ਦੀ ਸਰਵਿਸ ਹੋਈ ਹੈਗੀ ਆ ਹੁਣ ਤੇ ਇੱਕ ਗੱਲ ਜ਼ਰੂਰ ਹੈ ਵੀ ਉਹਨਾਂ ਨੇ ਹਲੇ ਸੇਮ ਡੇ ਜਿਹੜੀ ਸਰਵਿਸ ਜਿਹੜੀ ਸੀਗੀ ਕਾਫੀ ਲੋਕ ਇਹਦੀ ਵੇਟ ਕਰ ਰਹੇ ਸੀਗੇ ਵੀ ਸੇਮ ਡੇ ਜਿੱਦਾਂ ਪਹਿਲੇ ਤੁਹਾਨੂੰ ਤੁਸੀਂ ਜਾ ਸਕਦੇ ਸੀਗੇ 800 ਸਮਥਿੰਗ ਐਕਸਟਰਾ ਦੇ ਕੇ ਤੁਸੀਂ ਫੀਸ ਤੇ ਤੁਸੀਂ ਸੇਮ ਡੇ ਸਰਵਿਸ ਦੇ ਵਿੱਚ ਵੀ ਜਾ ਸਕਦੇ ਸੀਗੇ ਫਿਲਹਾਲ ਉਹ ਸਰਵਿਸ ਉਹਨਾਂ ਨੇ ਬੰਦ ਰੱਖੀ ਹੈਗੀ ਹੈ ਥੋੜਾ ਬੈਕਲੌਗ ਖਤਮ ਕਰ ਹਾਂਜੀ ਮੈਨੂੰ ਕਾਫੀ ਇਹਦੀ ਇਨਕੁਆਇਰੀ ਆਉਂਦੀ ਹੈਗੀ ਵੀ ਕਦੋਂ ਸ਼ੁਰੂ ਹੋਊਗੀ ਫਿਲਹਾਲ ਇਹਦੇ ਵਿੱਚ ਹਲੇ ਕੁਝ ਕਿਹਾ ਨਹੀਂ ਜਾ ਸਕਦਾ ਵੀ ਸੇਮ ਡੇ ਸਰਵਿਸ ਕਦੋਂ ਸ਼ੁਰੂ ਹੋਊਗੀ ਇਹਦੀ ਕੋਈ ਉਹਨਾਂ ਨੇ ਕੋਈ ਗਾਈਡਲਾਈਨ ਨਹੀਂ ਕੱਢੀ ਹੈਗੀ ਹਲੇ ਤੇ ਪਰ ਜੇ ਨਹੀਂ ਵੀ ਕੱਢੀ ਹੈਗੀ ਤੇ ਜਿਹੜੀ ਨਾਰਮਲ ਸਰਵਿਸ ਵੀ ਹੈਗੀ ਆ ਉਹ ਵੀ ਬਹੁਤ ਇਸ ਵੇਲੇ ਫਾਸਟ ਹੈਗੀ ਹਾਂਜੀ ਉਹ ਵੀ ਬਹੁਤ ਫਾਸਟ ਹੈਗੀ ਆ ਜੇ ਤੁਸੀਂ ਵੇਟ ਕਰ ਰਹੇ ਹੈਗੇ ਉਹ ਸੇਮ ਡੇ ਸਰਵਿਸ ਸ਼ੁਰੂ ਹੋਣ ਦਾ ਤੇ ਆਈ ਡੋਨਟ ਥਿੰਕ ਸੋ ਵੀ ਤੁਹਾਨੂੰ ਵੇਟ ਕਰਨ ਦੀ ਕੋਈ ਲੋੜ ਹੈਗੀ ਆ ਵੀ ਜੇ ਤੁਸੀਂ ਆਪਣੀ ਆਪ ਨੂੰ ਤੁਸੀਂ ਕਿਊ ਚ ਲਾਓ ਜਿਹੜੀ ਵੀ ਤੁਸੀਂ ਐਪਲੀਕੇਸ਼ਨ ਕਰਨਾ ਚਾਹੁੰਦੇ ਹੈਗੇ ਹੋ ਤੇ ਤੁਸੀਂ ਤੁਹਾਨੂੰ ਐਸ ਸੂਨ ਐਸ ਪੋਸੀਬਲ ਹੋ ਜੇ ਕਿਸੇ ਨੇ ਐਪਲੀਕੇਸ਼ਨ ਲਾਈ ਹੋਈ ਹੈ ਜਿੱਦਾਂ ਤੁਸੀਂ ਕਹਿ ਕੇ ਲਗਾ ਦਿਓ ਕਿ ਬੜੀ ਛੇਤੀ ਟਰਨ ਆਉਂਦੀ ਹੈ ਹੁਣ ਜਿਹੜੇ ਲੋਕ ਬੈਠੇ ਸੀਗੇ ਅਸੀਂ ਸੇਮ ਡੇ ਤੇ ਵੇਟ ਕਰੀਏ ਤਾਂ ਕਰੀਏ ਉਹਨਾਂ ਨੂੰ ਵੇਟ ਕਰਨ ਦੀ ਲੋੜ ਨਹੀਂ ਹੈਗੀ ਅਗਰ ਉਹਨਾਂ ਨੇ ਐਪਲੀਕੇਸ਼ਨ ਪਾ ਦਿੱਤੀ ਹੋਈ ਹੈ ਜੇ ਉਹਨਾਂ ਨੇ ਚੇਂਜ ਕਰਨੀ ਸੇਮ ਡੇ ਦੀ ਉਹ ਕਰ ਸਕਦੇ ਨੇ ਬਾਅਦ ਵਿੱਚ ਹਾਂਜੀ ਉਹ ਕਰ ਸਕਦੇ ਹੈਗੇ ਪਰ ਉਹਦੇ ਵਿੱਚ ਤੁਹਾਨੂੰ ਦੁਬਾਰਾ ਅਪਲਾਈ ਕਰਨਾ ਪੈਣਾ ਦੁਬਾਰਾ ਕਰਨਾ ਪਏਗਾ ਇਹਦੇ ਵਿੱਚ ਇਹ ਹੈ ਵੀ ਤੁਸੀਂ ਤੁਸੀਂ IHS ਜਿਹੜਾ ਤੁਸੀਂ ਪੇ ਕੀਤਾ ਸੀਗਾ ਉਹ ਤੁਸੀਂ ਉਹੀ ਯੂਜ਼ ਕਰ ਸਕਦੇ ਹੋ ਅੱਛਾ ਪਲੱਸ ਪਰ ਤੁਹਾਨੂੰ ਹੋਮ ਆਫਿਸ ਦੀ ਫੀਸ ਤੁਹਾਨੂੰ ਦੁਬਾਰਾ ਐਪਲੀਕੇਸ਼ਨ ਦੁਬਾਰਾ ਕਰਕੇ ਤੁਹਾਨੂੰ ਦੁਬਾਰਾ ਪੇ ਕਰਨੀ ਪੈਣੀ ਹੈ ਤੇ ਜਿਹੜੀ ਪਰ ਇਹ ਹੈ ਵੀ ਤੁਹਾਡੀ ਜਿਹੜੀ ਪੁਰਾਣੀ ਐਪਲੀਕੇਸ਼ਨ ਆ ਉਹ ਸੁਪਰਸੀਡ ਹੋ ਜਾਊਗੀ ਜਿਹੜੀ ਨਵੀਂ ਐਪਲੀਕੇਸ਼ਨ ਦੇ ਨਾਲ ਓਕੇ ਤੇ ਪਰ ਇਹ ਹੈ ਵੀ ਤੁਹਾਨੂੰ ਜਿਹੜੇ ਤੁਸੀਂ ਪਹਿਲੇ ਹੋਮ ਆਫਿਸ ਦੀ ਫੀਸ ਜਿਹੜੀ ਕਿ 1052 ਪਾਉਂਡਸ ਜਿਹੜੀ ਹੈਗੇ ਆ ਉਹ ਤੁਹਾਨੂੰ ਉਹ ਰੀਫੰਡ ਆ ਜਾਊਗਾ ਤੁਹਾਨੂੰ ਤੇ ਨਵੀਂ ਦੇਣੀ ਪਈ ਹਾਂਜੀ ਨਵੇਂ ਤੇ ਤੁਹਾਨੂੰ ਫੀਸ ਇੱਕ ਵਾਰੀ ਜ਼ਰੂਰ ਫੁੱਲ ਪੇ ਕਰਨੀ ਪੈਣੀ ਪਰ ਪੁਰਾਣਾ ਤੁਹਾਨੂੰ ਰੀਫੰਡ ਆ ਜਾਊਗਾ ਤੁਸੀਂ ਇਦਾਂ ਕਰਕੇ ਆਪਾਂ ਤੇ ਗੱਲ ਜਾਰੀ ਰੱਖਦੇ ਹਾਂ ਆਪਾਂ ਪਹਿਲੇ ਕਾਲ ਲੈ ਲਈਏ ਹੈਲੋ ਜੀ ਸਤਿ ਸ਼੍ਰੀ ਅਕਾਲ हेलो जी कितों बोल रहे हो कौन बोल रहे हो जी मैं फरमान बात कर रहा हूँ लाहौर से। हाँ जी जी आपका स्वागत करते हैं क्या पूछना चाहते हैं आप जी मेरा सवाल ये है कि मैंने अपनी मिसेज की ILR अप्लाई करनी है ना सर जिस तरह की थोड़ी देर पहले आप भाई साहब बता रहे थे लेकिन मुझे वो मिस कर गया हाँ तो जो मेरी एक्सटेंशन के लिए वो 18,000 यानी मिसेज की एक्सटेंशन 18,600 इनकम चाहिए लेकिन अभी जो जॉब की हालत है वो पैसे इतने यानी मुश्किल से मैं तो इसका क्या मैं जॉब चेंज करूँ 2-3 जॉबे अप्लाई करूँ या क्या तो इस तरह है मतलब है इस हवाले से कि मेरी इनकम 18,600 पूरी ना हो जाए या मुश्किल से आपकी जो इनकम है वो कब से कम हुई है और किस रीजन की वजह से कम हुई है कोरोना यानी मार्च के से अब तक बस इसी तरह आने ना जॉब चल रही है जो आपकी मार्च तक की इनकम है वो 18,600 बन रही है आपकी
बिल्कुल वो 18,600। हाँ जी, अभी के लिए एक कंसेशन है, अगर आप मार्च तक अपनी उनको इनकम आप शो कर दोगे भी आपकी 18,600 थी इनकम मार्च तक, तो वो आपको कंसिडर करेंगे। अगर आप उनको एक्सप्लेन कर देंगे क्योंकि वायरस की वजह से आपकी इनकम डाउन गई है, तो वो ये जो मार्च के बाद का टाइम है वो आपको रिलैक्सेशन देंगे इसकी। पर अगर एज लॉन्ग एज अगर आप उनको प्रूव कर दो भी मार्च तक आपकी जो इनकम थी वो 18,600 थी, ये चीज फिर आपको प्रॉब्लम होने की जरूरत नहीं है, कोई ठीक हो जाएगा आपका काम अगर आप उनको बता दो कि मार्च तक आपकी इनकम बिल्कुल ठीक थी। अच्छा मैं चाहूँगा आप प्रोग्राम देखते रहो। ये स्टेज पे हम बात करेंगे आगे आगे ज़रा और बात करते हैं, लेकिन जो आपका नंबर है वकील साहब को दिया जाएगा, लेकिन ऑफ एयर 1 to 1 जो भी अपने सवाल पूछना बड़ी तसल्ली से पूछ लेना, क्योंकि उन्हें हर तरह की बात नहीं कर सकते, रिस्ट्रिक्शन होती है थोड़ी बहुत ही। तो वकील साहब आपको कॉल करेंगे, आपका नंबर उनको दिया जाएगा। बहुत शुक्राना आपका कॉल करने का, बहुत मेहरबानी। इसी तरह शो देखते रहो हमारा। हाँ जी, ਅਸੀਂ ਗੱਲ ਕਰ ਰਹੇ ਸੀ ਉਹਨਾਂ ਦੀ ਐਪਲੀਕੇਸ਼ਨ ਵਗੈਰਾ ਦੀ। ਹਾਂਜੀ ਹਾਂ, ਹੁਣ ਉਹਦੇ ਤੁਸੀਂ ਥੋੜਾ ਬਹੁਤਾ ਤਾਂ ਜਵਾਬ ਦੇ, ਥੋੜਾ ਬਹੁਤਾ ਹੋਰ ਐਕਸਪਲੇਨ ਕਰਨਾ ਚਾਹੁੰਦੇ ਜੋ ਇਹਨਾਂ ਦਾ ਸਵਾਲ ਸੀਗਾ। ਬਸ ਇਹਨਾਂ ਵਿੱਚ ਇਹੀ ਹੈ ਵੀ ਜੇ ਤੁਹਾਡੀ ਜਿੱਦਾਂ ਮੈਂ ਹੁਣ ਉੱਤੇ ਵੀ ਐਕਸਪਲੇਨ ਕੀਤਾ ਹੈਗਾ ਵੀ ਉਹਨਾਂ ਨੇ ਕੰਸੈਸ਼ਨ ਕੱਢਿਆ ਸੀਗਾ ਮਾਰਚ ਤੱਕ, ਜੇ ਤੁਹਾਡੀ ਇਨਕਮ ਸਹੀ ਸੀਗੀ ਤੇ ਤੁਸੀਂ ਉਸ ਤੋਂ ਪਹਿਲੇ ਪ੍ਰੂਵ ਕਰ ਦੋਗੇ ਤੁਹਾਡੀ 18,600 ਮਿਨੀਮਮ ਥ੍ਰੈਸ਼ਹੋਲਡ ਜਿਹੜਾ ਤੁਸੀਂ ਮੀਟ ਕਰਦੇ ਪਏ ਹੈਗੇ ਹੋ, ਤੇ ਜਿਹੜੀ ਮਾਰਚ ਤੋਂ ਬਾਅਦ ਦਾ ਟਾਈਮ ਉਹਨਾਂ ਨੇ ਹਲੇ ਕੈਲਕੂਲੇਟ ਨਹੀਂ ਕਰਨਾ ਹੈਗਾ ਉਹਨਾਂ ਨੇ, ਤੇ ਤੁਸੀਂ ਐਪਲੀਕੇਸ਼ਨ ਕਰ ਸਕਦੇ ਹੈਗੇ। ਪਰ ਜੇ ਤੁਸੀਂ ਕੋਸ਼ਿਸ਼ ਕਰੋ ਜੇ ਤੁਹਾਡੀ ਇਨਕਮ ਬੈਕ ਟੂ 18,600 ਜਾਂਦੀ ਹੈਗੀ ਇਟਸ ਵੈਲ ਐਂਡ ਗੁੱਡ, ਅਦਰਵਾइज अपनी मार्च तक दी तुसी दिखा के तुसी अपनी वीजा एप्लीकेशन कर सकते दे हैं। कंसिडर दैट, हाँ, ठीक जो है। consider एक्सपर्ट एडवाइस लो, जैसे मैंने बोला आपका नंबर दिया जाएगा वकील साहब को, तो आपको कॉल करेंगे तो तसल्ली से खुलकर बात कर लेना इन्होंने, कल जब परसों की बात करेंगे आपसे। थैंक यू आपका कॉल करने का। हूँ मैं ना ਉਹਦੀ ਗੱਲ ਕਰਾਂ जो है ਅਸਾਈਨਮੈਂਟ ਸੀਕਰ ਜਿਹੜਾ ਦੀ ਇੰਟਰਵਿਊ ਵਗੈਰਾ ਹੈਗੀ ਹੈ, ਉਹਨਾਂ ਦਾ ਕੀ ਹਿਸਾਬ ਹੈ? ਥੋੜਾ ਬਹੁਤਾ ਤਾਂ ਤੁਸੀਂ ਗੱਲ ਕੀਤੀ ਹੈ ਟੀਅਰ 2 2 4 5 ਦੀ, ਇਹ ਹੁਣ ਅਸਾਈਨਮੈਂਟ ਸੀਕਰ ਹੈਗੇ, ਇਹਨਾਂ ਦਾ ਕੀ ਹਿਸਾਬ ਹੈਗਾ? ਡਿਫਰੈਂਟ ਕੈਟਾਗਰੀ ਹੋਗੀ ਨਾ ਇੱਕਦਮ। ਹਾਂਜੀ, ਅਸਾਈਲਮ ਸੀਕਰ ਮਤਲਬ ਕਿ ਜੇ ਤੁਸੀਂ ਪ੍ਰੋਟੈਕਸ਼ਨ ਲੈ ਰਹੇ ਹੈਗੇ ਆਪਣੀ ਇੱਥੇ ਯੂਨਾਈਟਿਡ ਕਿੰਗਡਮ ਦੇ ਵਿੱਚ, ਵੀ ਤੁਸੀਂ ਆਪਣੀ ਕੰਟਰੀ ਨਹੀਂ ਜਾ ਸਕਦੇ ਹੈਗੇ, ਤੁਹਾਨੂੰ ਕੋਈ ਨਾ ਕੋਈ ਖਤਰਾ ਹੋ ਸਕਦਾ, ਕੁਝ ਵੀ ਹੋ ਸਕਦਾ, ਉਹਨੂੰ ਅਸੀਂ ਅਸਾਈਲਮ ਕਹਿੰਦੇ ਹੈਗੇ ਆ। ਪਰ ਜੇ ਤੁਸੀਂ ਅਸਾਈਲਮ ਕਲੇਮ ਕੀਤਾ ਸੀਗਾ ਪਹਿਲੇ ਤਾਂ ਉਹਨਾਂ ਨੇ ਕਰੋਨਾ ਕੋਵਿਡ-19 ਦੀ ਵਜ੍ਹਾ ਤੋਂ ਉਹਨਾਂ ਨੇ ਫੇਸ ਟੂ ਫੇਸ ਜਿਹੜੀ ਇੰਟਰਵਿਊ ਹੁੰਦੀ ਸੀ ਉਹਨਾਂ ਨੇ ਬਿਲਕੁਲ ਸਟਾਪ ਕਰ ਦਿੱਤੀ ਸੀਗੀ, ਪਰ ਉਹਨਾਂ ਨੇ ਹੁਣ ਫੇਰ ਰਿਜ਼ਿਊਮ ਕਰ ਦਿੱਤੀ ਹੈਗੀ ਆ ਦੁਬਾਰਾ ਇੰਟਰਵਿਊ। ਜਿਹੜੇ ਅਸਾਈਲਮ ਕਲੇਮਸ ਇਹਨਾਂ ਦੇ ਜਿਹੜੇ ਕਿ ਵਿਦ ਹੋਲਡ ਤੇ ਸੀਗੇ ਜਿਹੜੇ, ਉਹ ਸਾਰੇ ਉਹਨਾਂ ਨੂੰ ਹੁਣ ਅਪਾਇੰਟਮੈਂਟਸ ਆਉਣੀਆਂ ਸ਼ੁਰੂ ਹੋ ਜਾਣੀਆਂ ਹੈਗੀਆਂ, ਵੀ ਉਹਨਾਂ ਦੇ ਕਲੇਮ ਕੰਸੀਡਰੇਸ਼ਨ ਸ਼ੁਰੂ ਹੋ ਜਾਣੀ ਹੈਗੀ ਆ ਹੁਣ, ਵੀ ਉਹਨਾਂ ਦੇ ਜੋ ਵੀ ਉਹਨਾਂ ਦਾ ਕਲੇਮ ਹੈਗਾ। ਪਰ ਉਹਦੇ ਵਿੱਚ ਇਹ ਹੈਗਾ ਵੀ ਹਾਲੇ ਫੇਸ ਟੂ ਫੇਸ ਉਹਨਾਂ ਨੇ ਫੇਸ ਬਾਏ ਫੇਸ ਉਹਨਾਂ ਨੇ ਓਪਨਿੰਗ ਕਰਨੀ ਹੈਗੀ ਹੈ, ਤੇ ਇਸ ਫੇਸ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲੇ ਹਾਲੇ ਫੇਸ ਟੂ ਫੇਸ ਨਹੀਂ ਰੱਖੀ ਹੈਗੀ ਇੰਟਰਵਿਊ ਸਿਸਟਮ, ਉਹਨਾਂ ਨੇ ਵਰਚੁਅਲੀ ਇਲੈਕਟ੍ਰੋਨਿਕਲੀ ਤੁਹਾਨੂੰ ਉਹਨਾਂ ਨੇ ਇੰਟਰਵਿਊਜ਼ ਕਰਨੀਆਂ ਹੈਗੀਆਂ। ਹਾਂਜੀ, ਤੇ ਇੱਕ ਉਹਨਾਂ ਨੇ ਇਹ ਵੀ ਸੁਜੈਸ਼ਨ ਦਿੱਤਾ ਹੈਗਾ ਵੀ ਜੇ ਤੁਸੀਂ ਫੇਸ ਟੂ ਫੇਸ ਵੀ ਕਰਨੀ ਹੈ ਕਿ ਜਿਹੜੇ ਕਿ ਇੰਟਰਵਿਊ ਸੈਂਟਰਸ ਜਿਹੜੇ ਹੈਗੇ ਉਹਨਾਂ ਦੇ ਕਲੋਜ਼ ਅਪਰੋਕਸੀਮੇਟੀ ਦੇ ਵਿੱਚ ਜਿਹੜੇ ਐਪਲੀਕੈਂਟਸ ਰਹਿੰਦੇ ਹੈਗੇ ਆ, ਉਹਨਾਂ ਨੂੰ ਪ੍ਰਾਇੋਰਟਾਈਜ਼ ਕਰਨਗੇ ਵੀ ਤੁਸੀਂ ਉਹ ਜਲਦੀ ਆਉਣ ਪਹਿਲੇ, ਕਿਉਂਕਿ ਉਹ ਲਾਗੇ ਰਹਿੰਦੇ ਹੈਗੇ, ਉਹਨਾਂ ਨੂੰ ਦੂਰੋਂ ਆਉਣ ਦੀ ਲੋੜ ਨਹੀਂਗੀ। ਓਕੇ। ਤੇ ਇਹਨਾਂ ਚੀਜ਼ ਇਦਾਂ ਉਹਨਾਂ ਨੇ ਕਾਫੀ ਰਿਫਾਰਮਸ ਇੰਟਰੋਡਿਊਸ ਕੀਤੇ ਹੈਗੇ ਆ, ਪਰ ਫਿਲਹਾਲ ਜਿਹੜਾ ਫੇਸ ਹੈਗਾ ਉਹ ਇਲੈਕਟ੍ਰੋਨਿਕ ਇੰਟਰਵਿਊ ਵਾਸਤੇ ਹੈਗਾ। ਵੀ ਜੇ ਤੁਸੀਂ ਇਸ ਸਿਚੁਏਸ਼ਨ ਦੇ ਵਿੱਚ ਹੈਗੇ ਜਿੱਥੇ ਤੁਸੀਂ ਅਸਾਈਲਮ ਕਲੇਮ ਕੀਤਾ ਤਾਂ ਤੁਹਾਡੀ ਇੰਟਰਵਿਊ ਨਹੀਂ ਹੋਈ ਹੈਗੀ ਆ, ਤੇ ਤੁਸੀਂ ਐਕਸਪੈਕਟ ਕਰ ਸਕਦੇ ਹੈਗੇ ਹੋ ਵੀ ਤੁਹਾਨੂੰ ਕਿਸੇ ਵੇਲੇ ਵੀ ਉਹਨਾਂ ਦੀ ਆ ਜਾਣੀ ਹੈਗੀ ਇਨਵੀਟੇਸ਼ਨ ਆ ਜਾਣਾ ਹੈਗਾ ਵੀ ਅਸੀਂ ਤੁਹਾਨੂੰ ਇਸ ਤਰੀਕ ਨੂੰ ਇੰਨੇ ਵਜੇ ਇੰਟਰਵਿਊ ਲੈਣੀ ਹੈਗੀ ਤੁਹਾਡੀ। ਤੁਹਾਨੂੰ ਉਹਨਾਂ ਨੇ ਫੇਸ ਟੂ ਫੇਸ ਜਿਹੜੀ ਹਲੇ ਨਹੀਂ ਹੋਊਗੀ, ਪਰ ਇਲੈਕਟ੍ਰੋਨਿਕਲੀ ਤੁਹਾਨੂੰ ਦੱਸਣਗੇ ਵੀ ਕਿੱਥੇ ਕਿੱਦਾਂ ਉਹ ਲਿੰਕ ਤੁਹਾਨੂੰ ਦਿੱਤਾ ਜਾਊਗਾ ਹੋਮ ਆਫਿਸ ਵੱਲੋਂ, ਤੇ ਤੁਸੀਂ ਆਪਣੀ ਡਾਕੂਮੈਂਟੇਸ਼ਨ ਜੇ ਤੁਹਾਡੀ ਕੋਈ ਹੈਗੀ ਹੈ ਸਪੋਰਟ ਦੇ ਵਿੱਚ ਤੁਸੀਂ ਦੇਣਾ ਚਾਹੁੰਦੇ ਹੈਗੇ ਹੋ ਆਪਣੀ ਕੰਟਰੀ ਤੋਂ, ਤੁਸੀਂ ਕੋਈ ਡਾਕੂਮੈਂਟੇਸ਼ਨ ਦੇਣਾ ਚਾਹੁੰਦੇ ਹੈਗੇ ਤਾਂ ਤੁਹਾਨੂੰ ਡੈਫੀਨੇਟਲੀ ਉਹਨਾਂ ਦਾ ਈਮੇਲ ਐਡਰੈਸ ਦਿੱਤਾ ਜਾਊਗਾ, ਜਿਹਦੇ ਵਿੱਚ ਤੁਸੀਂ ਆਪਣੀ ਡਾਕੂਮੈਂਟੇਸ਼ਨ ਬਾਈ ਈਮੇਲ ਭੇਜ ਸਕਦੇ ਹੈਗੇ ਹੋ, ਤੇ ਜਿਹੜੀ ਤੁਹਾਡੀ ਇੰਟਰਵਿਊ ਜਿਹੜੀ ਹੈਗੀ ਆ ਤੇ ਤੁਹਾਨੂੰ ਇਲੈਕਟ੍ਰੋਨਿਕਲੀ ਹੋ ਜਾਏਗੀ। ਜੇ ਤੁਹਾਡੇ ਲੀਗਲ ਰਿਪਰੈਜ਼ੈਂਟੇਟਿਵ ਜੇ ਵੀ ਤੁਹਾਡਾ ਹੈਗਾ ਉਹਨੂੰ ਵੀ ਉਹਦੇ ਵਿੱਚ ਜਾਣ ਦਾ ਮੌਕਾ ਦਿੱਤਾ ਜਾਊਗਾ, ਉਹਨੂੰ ਵੀ ਕਿਸੇ ਨਾ ਕਿਸੇ ਉਹ ਕਨੈਕਟ ਕਰਨਗੇ ਉੱਥੇ, ਤੁਹਾਡਾ ਲੀਗਲ ਰਿਪਰੈਜ਼ੈਂਟੇਟਿਵ ਵੀ ਹੋ ਸਕਦਾ ਹੈ। ਇਹ ਚੀਜ਼ਾਂ ਉਹਨਾਂ ਨੇ ਫੇਸ ਬਾਏ ਫੇਸ ਉਹਨਾਂ ਨੇ ਅਸਾਈਲਮ ਦੀ ਰਿਜ਼ਿਊਮ ਕੀਤੀ ਹੈਗੀ, ਜਿਹੜੀ ਕਿ ਕਾਫੀ ਦੇਰ ਤੋਂ ਸਸਪੈਂਡ ਪਈ ਸੀਗੀ ਸਰਵਿਸ। ਪਰ ਇਹਦੇ ਵਿੱਚ ਇੱਕ ਤਾਂ ਬਹੁਤ ਵੱਡੀ ਇਹਨਾਂ ਨੂੰ ਕੁਐਸਚਨ ਪੁੱਛਿਆ ਜਾਏਗਾ ਕਿ ਤੁਸੀਂ ਵਾਪਸ ਕਿਉਂ ਨਹੀਂ ਜਾਂਦੇ, ਹੈ ਨਾ? ਪਹਿਲਾਂ ਤੋਂ ਬੜਾ ਵੱਡਾ ਸਟਰੋਂਗ ਪੁਆਇੰਟ ਹੈਗਾ ਇਹਨਾਂ ਦਾ। ਇੱਕ ਮਿੰਟ ਬਿਫੋਰ ਆਨਸਰ ਕਰਨ ਤੋਂ ਪਹਿਲਾਂ ਮੈਂ ਯਾਦ ਰੱਖਾਂਗਾ ਆਪਾਂ ਕਾਲ ਲੈ ਲਈਏ। ਹੈਲੋ ਜੀ, ਸਤਿ ਸ਼੍ਰੀ ਅਕਾਲ। ਕੌਣ ਬੋਲਦੇ ਹੋ ਜੀ, ਕਿੱਥੋਂ ਬੋਲਦੇ ਹੋ? ਮੇਰਾ ਨਾਮ ਪੁਰਸ਼ੋਤਮ ਸਿੰਘ ਹੈ ਜੀ। ਭਾਜੀ ਪੁਰਸ਼ੋਤਮ ਸਿੰਘ, ਸਵਾਗਤ ਕਰਦੇ ਹਾਂ। ਤੁਸੀਂ ਕੀ ਪੁੱਛਣਾ ਚਾਹੁੰਦੇ ਹੋ? ਮੈਂ ਵਿਲ ਬਾਰੇ ਪੁੱਛਣਾ ਚਾਹੁੰਦਾ ਸੀ। ਕਾਹਦੇ ਬਾਰੇ? ਵਿਲ। ਉਹ ਭਾਜੀ ਸੌਰੀ, ਮਾਫ ਚਾਹਾਂਗਾ ਪੁਰਸ਼ੋਤਮ ਜੀ, ਇਹ ਜਿਹੜਾ ਵਿਲ ਦਾ ਪ੍ਰੋਗਰਾਮ ਹੁੰਦਾ ਨਾ, ਇਹ ਬੁੱਧਵਾਰ ਨੂੰ 6 ਤੋਂ 7 ਵਜੇ ਹੋਏਗਾ, ਵੈਨਸਡੇ ਨੂੰ। ਉਦੋਂ ਤੁਸੀਂ ਕਾਲ ਕਰਿਓ
ਤੇ ਉਦੋਂ ਜਿਹੜੇ ਪ੍ਰੋਫੈਸ਼ਨਲ ਵਿਲਸ ਐਂਡ ਟਰਸਟ ਬਾਰੇ ਪਰਮਿਟ ਬਾਰੇ ਗੱਲ ਕਰਾਂਗੇ ਨਾ, ਉਹ ਬੁੱਧਵਾਰ ਦਾ ਪ੍ਰੋਗਰਾਮ ਹੁੰਦਾ ਹੈ। ਅੱਜ ਸਿਰਫ ਇਮੀਗ੍ਰੇਸ਼ਨ ਦਾ ਸ਼ੋਅ ਹੈ। ਇਹ ਜਿਹੜੇ ਵਕੀਲ ਹੁੰਦੇ ਨੇ ਆਪੋ ਆਪਣੇ ਡਿਪਾਰਟਮੈਂਟ ਦੇ ਵਿੱਚ ਮਾਹਿਰ ਹੁੰਦੇ ਨੇ, ਇਹਨਾਂ ਦਾ ਵਿਲ ਤੇ ਟਰਸਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਬੁੱਧਵਾਰ ਤੁਸੀਂ 6 ਤੋਂ ਬਾਅਦ ਕਾਲ ਕਰਿਓ ਔਰ ਜ਼ਰੂਰ ਤੁਹਾਡੇ ਜਦੋਂ ਵੀ ਸਵਾਲਾਂ ਦਾ ਜਵਾਬ ਦਿੱਤਾ ਜਾਏਗਾ। ਥੈਂਕ ਯੂ ਤੁਹਾਡੇ ਕਾਲ ਕਰਨ ਦਾ, ਥੈਂਕ ਯੂ ਜੀ। ਹਾਂ, ਉਹ ਮੈਂ ਪਹਿਲਾਂ ਕਿਹਾ ਸੀ ਨਾ, ਅਸੀਂ ਵਿਲ ਦਾ ਕਰਦੇ ਲੋਗੇ ਕਿ ਸ਼ਾਇਦ ਤੁਸੀਂ 6 ਮਹੀਨੇ ਰਹਿੰਦੇ ਤੇ ਅਸੀਂ ਕਰ ਰਹੇ ਸੀ ਨਾ ਉਹਨਾਂ ਦੀ ਕਿ ਕੰਟਰੀ ਦੇ ਵਿੱਚ ਵਾਪਸ ਭੇਜਣ ਦਾ ਪਹਿਲਾ ਸਵਾਲ ਹੁੰਦਾ ਕਿ ਤੁਸੀਂ ਕਿਉਂ ਨਹੀਂ ਜਾਂਦੇ। ਹਾਂਜੀ, ਜੇ ਇਦਾਂ ਵੀ ਉਹ ਜਿੱਦਾਂ ਹੁਣ ਤੁਸੀਂ ਅਸਾਲਮ ਦੀ ਗੱਲ ਕਰਦੇ ਹੈਗੇ, ਮੈਂ ਜਿੱਦਾਂ ਹੁਣੇ ਵੀ ਐਕਸਪਲੇਨ ਕਰਕੇ ਆਇਆ, ਅਸਾਲਮ ਦਾ ਮਤਲਬ ਇਹ ਹੈਗਾ ਵੀ ਤੁਸੀਂ ਆਪਣੀ ਕੰਟਰੀ ਦੇ ਵਿੱਚ ਤੁਹਾਨੂੰ ਖਤਰਾ ਹੈਗਾ ਜਾਣ ਦਾ, ਤੇ ਉਹਦੇ ਵਿੱਚ ਕੀ ਖਤਰਾ ਹੈਗਾ ਤੁਹਾਨੂੰ, ਵੀ ਤੁਹਾਡੇ ਕੋਈ ਕਿਉਂ ਨਹੀਂ ਜਾ ਸਕਦੇ, ਕਿਉਂ ਨਹੀਂ ਤੁਸੀਂ ਜਾ ਸਕਦੇ ਹੈਗੇ, ਤੁਹਾਨੂੰ ਤੁਸੀਂ ਕੋਈ ਪੋਲੀਟੀਕਲੀ ਪਾਰਟੀ ਨੂੰ ਤੁਸੀਂ ਬਿਲੋਂਗ ਕਰਦੇ ਜਾਂ ਕੋਈ ਸੋਸ਼ਲ ਗਰੁੱਪ ਤੁਹਾਡਾ ਏਦਾਂ ਸੀਗਾ ਜਿਹਦੇ ਵਿੱਚ ਤੁਸੀਂ ਤੁਹਾਨੂੰ ਖਤਰਾ ਹਾਂਜੀ ਤੁਹਾਨੂੰ ਖਤਰਾ ਹੈਗਾ ਉਸ ਚੀਜ਼ ਦੇ ਉੱਤੋਂ, ਤੁਸੀਂ ਉਹਨਾਂ ਨੂੰ ਇੱਥੇ ਫਿਰ ਯੂਕੇ ਦੀ ਜਿਹੜੀ ਆਬਲੀਗੇਸ਼ਨ ਬਣਦੀ ਹੈਗੀ, ਫਿਰ ਉਹਨਾਂ ਦਾ ਜਿਹੜਾ ਵੀ ਕਲੇਮ ਜਿਹੜਾ ਹੈਗਾ ਉਸ ਐਪਲੀਕੈਂਟ ਦਾ, ਉਹਨੂੰ ਚੰਗੀ ਤਰ੍ਹਾਂ ਕੰਸੀਡਰ ਕਰਨਾ, ਕਿਉਂਕਿ ਅਸਾਲਮ ਦਾ ਮਤਲਬ ਹੈ ਵੀ ਮੈਂ ਆਪਣੀ ਕੰਟਰੀ ਗਿਆ ਤੇ ਮੇਰੀ ਜਾਨ ਨੂੰ ਖਤਰਾ ਹੈ ਤੇ ਉੱਥੇ ਜਾਨ ਮਾਰ ਦਾ ਨੁਕਸਾਨ ਹੋ ਸਕਦਾ ਹੈ। ਇਸ ਕਰਕੇ ਉਹਨੂੰ ਕਾਫੀ ਸਕਰੂਟਨੀ ਦਿੱਤੀ ਜਾਂਦੀ ਹੈਗੀ, ਕਾਫੀ ਪ੍ਰੋਟੈਸਟ ਕਰਕੇ ਚੰਗੀ ਤਰ੍ਹਾਂ ਕਲੇਮ ਦੇਖਿਆ ਜਾਂਦਾ ਹੈਗਾ, ਤੇ ਇਹਦੇ ਵਿੱਚ ਕਾਫੀ ਉਹ ਦੇਖਦੇ ਹੈਗੇ ਆ, ਤੇ ਤੁਹਾਨੂੰ ਬੜੀ ਕੇਅਰਫੁਲੀ ਆਪਣਾ ਕਲੇਮ ਕਰਨਾ ਪੈਂਦਾ ਹੁੰਦਾ ਆ। ਇਹ ਮੈਨੂੰ ਨਾ ਥੋੜਾ ਜਿਹਾ ਕਾਫੀ ਇੰਟਰਸਟਿੰਗ ਗੱਲ ਹੁੰਦੀ ਹੈ, ਟਾਈਮ ਬੜੀ ਫਾਸਟ ਚਲੇ ਜਾਂਦਾ। ਕੋਸ਼ਿਸ਼ ਕਰਾਂਗੇ ਜੋ ਮੇਰੇ ਪਾਸ ਸਵਾਲ, ਜਿਹੜੇ ਮੇਰੇ ਸਵਾਲ 'ਚ ਬੜੇ ਜਨਰਲ ਜਵਾਬ ਸਵਾਲ ਹੁੰਦੇ ਨੇ, ਤੇ ਮੈਂ ਚਾਹਾਂਗਾ ਜਿੱਦਾਂ ਤੁਸੀਂ ਕਾਲ ਕਰਦੇ ਹੋ ਪਲੀਜ਼ ਕਾਲ ਕਰਕੇ ਤੁਸੀਂ ਆਪਣੇ ਸਵਾਲ ਪੁੱਛੋ, ਕਿਉਂਕਿ ਜੋ ਆਨਸਰ ਹੁੰਦੇ ਹਰ ਬੰਦੇ ਨੂੰ ਲਾਗੂ ਨਹੀਂ ਹੁੰਦੇ, ਹਰ ਬੰਦੇ ਦੇ ਸਰਕਮਸਟੈਂਸਿਸ ਤੇ ਡਿਪੈਂਡ ਕਰਦਾ ਕਿ ਕੀ ਉਹ ਤੁਹਾਡੇ ਸਰਕਮਸਟੈਂਸਿਸ ਉਹਦੇ ਮੁਤਾਬਿਕ ਫਿਰ ਵਕੀਲ ਸਾਹਿਬ ਤੁਹਾਨੂੰ ਜਵਾਬ ਦੇਣਗੇ। ਜਿਹੜਾ ਹਿਊਮਨ ਰਾਈਟਸ ਦਾ ਕਲੇਮ ਹੈਗਾ ਔਨ ਮੈਡੀਕਲ ਗਰਾਊਂਡਸ ਤੇ ਉਹਦਾ ਕੀ ਹਿਸਾਬ ਹੈ? ਹਾਂਜੀ, ਉਹਨਾਂ ਨੇ ਇੱਕ ਨਵੀਂ ਗਾਈਡੈਂਸ ਕੱਢੀ ਹੈਗੀ ਆ ਹੁਣ ਇਹਦੇ ਉੱਤੇ ਵੀ ਜਿਹੜੇ ਜੇ ਤੁਸੀਂ ਮੈਡੀਕਲ ਗਰਾਊਂਡਸ ਉੱਤੇ ਜੇ ਤੁਸੀਂ ਇੱਥੇ ਹੈਗੇ ਹੋ ਤੇ ਤੁਹਾਡੀ ਮੈਡੀਕਲ ਕਰਕੇ ਤੁਸੀਂ ਆਪਣੀ ਕੰਟਰੀ ਨਹੀਂ ਜਾ ਸਕਦੇ ਹੈਗੇ, ਤੇ ਤੁਸੀਂ ਮੈਡੀਕਲ ਗਰਾਊਂਡਸ ਉੱਤੇ ਜੇ ਤੁਸੀਂ ਇੱਥੇ ਐਪਲੀਕੇਸ਼ਨ ਦੇਣਾ ਚਾਹੁੰਦੇ ਹੈਗੇ ਆ ਤਾਂ ਤੁਸੀਂ ਉਹਨਾਂ ਨੂੰ ਦੇ ਸਕਦੇ ਹੈਗੇ ਹੋ। ਤੇ ਸਟ੍ਰੇਟ ਫਾਰਵਰਡ ਐਪਲੀਕੇਸ਼ਨਸ ਨਹੀਂ ਹੁੰਦੀਆਂ, ਇਹ ਕਾਫੀ ਕੰਪਲਿਕੇਟਡ ਐਪਲੀਕੇਸ਼ਨਸ ਹੁੰਦੀਆਂ, ਇਹਦਾ ਥ੍ਰੈਸ਼ਹੋਲਡ ਵੀ ਕਾਫੀ ਹਾਈ ਹੈਗਾ। ਪਰ ਇਹ ਹੈ ਵੀ ਜੇ ਤੁਹਾਨੂੰ ਤੁਹਾਡੀ ਕੰਟਰੀ ਦੇ ਵਿੱਚ ਉਸ ਚੀਜ਼ ਦਾ ਟ੍ਰੀਟਮੈਂਟ ਨਹੀਂ ਹੈਗਾ, ਜਾਂ ਤੁਸੀਂ ਕਿਸੇ ਸਟੇਜ ਦੇ ਉੱਤੇ ਹੈਗੇ ਆ ਐਸੇ ਟ੍ਰੀਟਮੈਂਟ ਦੇ ਵੀ, ਤੇ ਹੁਣ ਤੁਸੀਂ ਛੱਡ ਕੇ ਨਹੀਂ ਜਾ ਸਕਦੇ ਹੈਗੇ, ਵੀ ਜੇ ਤੁਹਾਡੀ ਕੋਈ ਵੀ ਮੈਡੀਕਲ ਸਿਚੁਏਸ਼ਨ ਤੁਹਾਡੀ ਐਸੀ ਹੈਗੀ ਹੈ ਵੀ ਤੁਹਾਡਾ ਇੱਥੇ ਰਹਿਣਾ ਬਹੁਤ ਜ਼ਰੂਰੀ ਹੈ ਆਪਣੇ ਇਲਾਜ ਵਾਸਤੇ, ਆਪਣੀ ਜਾਨ ਬਚਾਉਣ ਵਾਸਤੇ, ਤੇ ਤੁਸੀਂ ਉਹਨਾਂ ਨੂੰ ਇਕਬਾਲ ਜੀ ਬੜਾ ਇੰਟਰਸਟਿੰਗ ਹੈ, ਮੇਰੇ ਦਿਮਾਗ 'ਚ ਗੱਲ ਆ ਰਹੀ ਹੈ ਹੁਣ। ਬੇਸ਼ੱਕ ਜਿਹੜੇ ਕੰਟਰੀ 'ਚ ਉੱਥੇ ਆ ਗਏ ਉੱਥੇ ਫੈਸਿਲਿਟੀ ਹੈਗੀ ਆ, ਉਹਦੀ ਟ੍ਰੀਟਮੈਂਟ ਹੈਗੀ ਆ, ਪਰ ਜਿਹੜੀ ਉਹਦੀ ਮੈਡੀਕਲ ਦੀ ਕੰਡੀਸ਼ਨ ਹੈਗੀ ਹੈ, ਤੇ ਜਿਹੜੇ ਕੰਸਲਟੈਂਟ ਹੈਗੇ, ਜਿਹੜੇ ਹਸਪੀਟਲ 'ਚ ਹੈਗੇ, ਸਭ ਤੋਂ ਪਹਿਲਾਂ ਐਡਵਾਈਸ ਕਰਨਗੇ ਕਿ ਹੀ ਔਰ ਸ਼ੀ ਸ਼ੁੱਡ ਨੋਟ ਟਰੈਵਲ। ਰਿਸਟ੍ਰਿਕਸ਼ਨ ਹੁੰਦੀ ਹੈ ਟਰੈਵਲ ਦੀ। ਜੇ ਅਗਰ ਤੁਸੀਂ ਹਾਰਟ ਦੀ ਗੱਲ ਕਰ ਲਓ ਜਾਂ ਕੋਈ ਕੈਂਸਰ ਟ੍ਰੀਟਮੈਂਟ ਹੈਗੀ ਹੈ, ਲਾਸਟ ਸਟੇਜਸ ਉੱਪਰ ਹੈਗੇ ਨੇ, ਕੁਝ ਐਦਾਂ ਦੀ ਗੱਲ ਹੁੰਦੀ ਹੈ, ਕੋਈ ਸੀਰੀਅਸ ਕੰਡੀਸ਼ਨ ਦੇ ਵਿੱਚ ਉਹਨਾਂ ਨੂੰ ਫਿਰ ਕੰਸੀਡਰ ਕਰਨਾ ਪੈਂਦਾ ਹੈ। ਜੀ ਬਿਲਕੁਲ, ਜੇ ਤੁਹਾਨੂੰ ਡਾਕਟਰ ਲਿਖ ਕੇ ਦੇ ਦਿੰਦਾ ਹੈਗਾ ਵੀ ਇਹ ਫਿਟ ਫॉर ਟਰੈਵਲ ਨਹੀਂ ਹੈਗਾ, ਜਿਹੜਾ ਹੈਗਾ ਉਹ ਤੁਹਾਡਾ ਕਲੇਮ ਕਾਫੀ ਸਟਰੋਂਗ ਹੋ ਜਾਂਦਾ ਹੈ, ਕਿਉਂਕਿ ਜੇ ਤੁਸੀਂ ਬਾਈ ਏਅਰ ਤੁਹਾਡੀ ਮੈਡੀਕਲ ਕੰਡੀਸ਼ਨ ਐਸੀ ਹੈਗੀ ਹੈ ਵੀ ਤੁਸੀਂ ਨਹੀਂ ਕਰ ਸਕਦੇ ਹੈਗੇ, ਤੇ ਪਾਰਟਿਕੂਲਰਲੀ ਜਦੋਂ ਤੁਸੀਂ ਮੈਡੀਕਲ ਕਲੇਮ ਕਰਦੇ ਹੈਗੇ, ਹੋਮ ਆਫਿਸ ਤੁਹਾਨੂੰ ਪੁੱਛਦਾ ਹੈਗਾ ਵੀ ਤੁਸੀਂ ਫਿਟ ਹੈਗੇ ਟਰੈਵਲ ਵਾਸਤੇ, ਤੇ ਜਿਹੜਾ ਵੀ ਤੁਹਾਡਾ ਡਾਕਟਰ ਹੈਗਾ ਉਹਦੇ ਕੋਲ ਰਿਪੋਰਟ ਲਿੱਤੀ ਜਾਂਦੀ ਹੈਗੀ ਆ, ਉਹ ਆਪ ਵੀ ਪੁੱਛਦੇ ਹੈਗੇ ਇਸ ਗੱਲ ਨੂੰ। ਤੇ ਜੇ ਤੁਸੀਂ ਮੈਡੀਕਲੀ ਜੇ ਤੁਸੀਂ ਸਹੀ ਨਹੀਂ ਹੈਗੇ, ਜੇ ਤੁਸੀਂ ਟਰੈਵਲ ਦੇ ਵਾਸਤੇ ਨਹੀਂ ਸੀਗਾ, ਫਿਰ ਉਹ ਤੁਹਾਨੂੰ ਦੇਖਦੇ ਹੈਗੇ ਇਸ ਚੀਜ਼ ਨੂੰ, ਉਹ ਆਪ ਵੀ ਪੁੱਛਦੇ ਹੈਗੇ, ਇਹਦੀ ਪੂਰੀ ਉਹ ਇਨਵੈਸਟੀਗੇਸ਼ਨ ਕਰਦੇ ਹੈਗੇ ਆ ਪੂਰੀ। ਦੇਖੋ ਬੜੀ ਇੰਪੋਰਟੈਂਟ ਗੱਲ ਹੈ, ਅਸੀਂ ਜਦੋਂ ਚੈਨਲ ਦੇ ਉੱਪਰ ਸ਼ੋਅ ਕਰਦੇ ਹਾਂ, ਪ੍ਰੋਫੈਸ਼ਨਲ ਲੈ ਕੇ ਆਉਂਦੇ ਹਾਂ, ਇਹ ਜਿਹੜੇ ਲੂਪ ਹੋਲ ਹੈਗੇ ਇੱਕ ਕੋਈ ਹੇਰਾ ਫੇਰੀ ਨਹੀਂ ਹੈਗੀ, ਦਿਸ ਇਜ਼ ਜੈਨੂਇਨ ਲੂਪ ਹੋਲਸ ਕਿ ਤੁਸੀਂ ਉਹਨੂੰ ਇਸਤੇਮਾਲ ਕਰਕੇ ਆਪਣੀ ਐਪਲੀਕੇਸ਼ਨ ਪਾ ਸਕਦੇ ਹੋ। ਇਹਦੇ 'ਚ ਕੋਈ ਹੈ ਫੇਰੇ ਦੀ ਗੱਲ ਨਹੀਂ ਹੈਗੀ, ਦੇ ਵੈਰੀ ਜੈਨੂਇਨ, ਵੈਰੀ ਟਰੂ, ਯੂ ਆਰ ਵਿਦਨ ਦ ਲਾਅ, ਵਿਦਨ ਦ ਸਿਸਟਮ। ਇਸੇ ਕਰਕੇ ਸ਼ੋਅ ਕਰੀਦਾ, ਪਲੀਜ਼ ਤੁਸੀਂ ਕਾਲ ਕਰੋ, ਕਿਸੇ ਵੀ ਤਰ੍ਹਾਂ ਦੀ ਤੁਸੀਂ ਐਡਵਾਈਸ ਹੈਗੀ, ਅਗਰ ਤੁਸੀਂ ਨਹੀਂ ਸੋਚਿਆ ਸੀਗਾ ਪਹਿਲਾਂ ਕਿ ਤੁਸੀਂ ਮੈਡੀਕਲ ਗਰਾਊਂਡ ਦੇ ਉੱਪਰ ਤੁਸੀਂ ਇਹ ਕਰ ਸਕਦੇ ਹੋ, ਉਹ ਕਰ ਸਕਦੇ ਹੋ, ਐਟਲੀਸਟ ਅਕਾਲ ਚੈਨਲ ਦਾ ਸ਼ੋਅ ਲੈ ਕੇ ਆਉਂਦੀ ਤੁਹਾਨੂੰ ਆਈਡੀਆ ਦੇ ਰਹੇ ਨੇ, ਕਾਲ ਕਰ ਸਕਦੇ। ਹਾਂਜੀ, ਕੁਝ ਕਹਿ ਰਹੇ ਸੀ। ਜੇ ਜਿੱਦਾਂ ਤੁਸੀਂ ਹੁਣ ਗੱਲ ਕੀਤੀ ਹੈਗੀ ਹੈ, ਜੇ ਤੁਸੀਂ ਪ੍ਰੂਵ ਵੀ ਕਰ ਦਿੰਦੇ ਹੋ ਤੁਹਾਡੀ ਮੈਡੀਕਲ ਕੰਡੀਸ਼ਨ ਜਿਹੜੀ ਹੈਗੀ ਉਹ ਸਸਟੇਨੇਬਲ ਨਹੀਂ ਹੈਗੀ, ਜਾਂ ਤੁਸੀਂ ਉਹਨਾਂ ਨੂੰ ਦਿਖਾ ਦਿੰਦੇ ਹੈਗੇ ਹੋ ਵੀ ਆਹ ਤੁਹਾਡੇ ਸਰਕਮਸਟੈਂਸਸ ਹੈਗੇ, ਤੁਹਾਡੀ ਕੰਟਰੀ ਦੇ ਵਿੱਚ ਇਲਾਜ ਨਹੀਂ ਹੈਗਾ ਇਸ ਚੀਜ਼ ਦਾ, ਤੇ ਈਵਨ ਕਿ ਤੁਹਾਨੂੰ ਜਿਹੜੀ ਹੋਮ ਆਫਿਸ ਦੀ ਜਿਹੜੀਆਂ ਫੀਸਾਂ ਵੀ ਹੈਗੀਆਂ ਉਹ ਤੁਹਾਨੂੰ ਕਹਿੰਦੇ ਵੀ ਅਸੀਂ ਉੱਥੇ ਮਾਫੀ ਵੀ ਦਿੱਤੀ ਜਾਂਦੀ ਕਿਉਂਕਿ ਬੰਦਾ ਕੰਮ ਨਹੀਂ ਕਰਦਾ। ਵੈਰੀ ਨਾਈਸ। ਅੱਛਾ, ਜਿਹਨੂੰ ਅਸੀਂ ਆਰਟੀਕਲ 3 ਦਾ ਕਲੇਮ ਕਹਿੰਦੇ ਹੈਗੇ, ਉਹਨਾਂ ਨੇ ਕਾਫੀ ਉਹਦੇ ਵਿੱਚ ਜੇ ਸਹੀ ਜੈਨੂਇਨ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ, ਜੇ ਤੁਸੀਂ ਉਹਦਾ ਇਹ ਨਹੀਂ ਹੈਗਾ ਵੀ ਮਾੜੀ ਮੋਟੀ ਗੱਲ ਤੇ ਤੁਹਾਨੂੰ ਹੋ ਜਾਣਾ ਹੈਗਾ, ਵੀ ਜੇ ਤੁਹਾਨੂੰ ਕੋਈ ਸੀਰੀਅਸ ਕੰਡੀਸ਼ਨ ਹੋਵੇ ਨਾ, ਤੁਹਾਨੂੰ ਕੋਈ ਕੰਡੀਸ਼ਨ ਹੈਗੀ ਆ ਤੇ ਜ਼ਰੂਰ ਤੁਹਾਡੀ ਗੱਲ ਸੁਣੀ ਜਾਊਗੀ।
ਜਾਊਗੀ ਜੇ ਤੁਸੀਂ ਪੈਸੇ ਨਹੀਂ ਪੇ ਕਰ ਸਕਦੇ ਤਾਂ ਤੁਹਾਨੂੰ ਫੀਸ ਵੀ ਮਾਫ ਹੈਗੀ ਹੈ ਜਿੱਥੇ ਤੁਸੀਂ ਕੰਮ ਤੇ ਨਹੀਂ ਜਾ ਸਕਦੇ, ਤੁਸੀਂ ਡਰਾਈਵਿੰਗ ਨਹੀਂ ਕਰ ਸਕਦੇ, ਤੁਸੀਂ ਬੱਸਾਂ 'ਚ ਨਹੀਂ ਜਾ ਸਕਦੇ, ਵਾਕ ਨਹੀਂ ਕਰ ਸਕਦੇ, ਟਰੈਵਲਿੰਗ ਨਹੀਂ ਕਰ ਸਕਦੇ ਬਾਈ 에ਅਰ, ਆਲ ਥੀਸ ਥਿੰਗਸ। ਹਾਂਜੀ, ਉਹਦੇ ਵਿੱਚ ਤੁਹਾਨੂੰ ਹੁਣ ਜੇ ਬੰਦਾ ਕੰਮ ਨਹੀਂ ਕਰਦਾ ਹੈਗਾ ਮੈਡੀਕਲ ਕੰਡੀਸ਼ਨਸ ਕਰਕੇ, ਤੁਸੀਂ ਆਬਵੀਅਸਲੀ ਤੁਹਾਡੀ ਇਨਕਮ ਦਾ ਕੋਈ ਸੋਰਸ ਨਹੀਂ ਹੋਣਾ ਤੇ ਐਪਲੀਕੇਸ਼ਨ ਕਰਨ ਵਾਸਤੇ ਐਪਲੀਕੇਸ਼ਨ ਫੀਸ ਵੀ ਹੁੰਦੀ ਹੈ ਤੇ ਇਹਦੇ ਵਿੱਚ ਐਪਲੀਕੇਸ਼ਨ ਦੀ ਫੀਸ ਵੀ ਮਾਫ ਆ ਜੇ ਜੈਨੂਇਨਲੀ ਜੇ ਕੋਈ ਤੁਹਾਨੂੰ ਪ੍ਰੋਬਲਮ ਹੈਗੀ ਤੁਹਾਡੀ ਬੋਡੀ ਦੇ ਵਿੱਚ। ਬੜਾ ਕੁਝ ਸਿੱਖਣ ਨੂੰ ਮਿਲਦਾ। ਓਨੈਸਟਲੀ ਮੈਂ ਹਮੇਸ਼ਾ ਬਾਰ-ਬਾਰ ਕਹਿੰਦਾ, ਅਕਾਲ ਚੈਨਲ ਇਜ਼ ਦ ਓਨਲੀ ਚੈਨਲ, ਪੰਜਾਬੀ ਚੈਨਲ ਬੈਸਟ ਇਨ ਯੂਕੇ, ਜਿਹੜੇ ਤੁਹਾਨੂੰ ਇੱਦਾਂ ਦੇ ਪ੍ਰੋਗਰਾਮ ਲੈ ਕੇ ਆਉਂਦੇ ਆ। ਦੇਖੋ ਸਾਡਾ ਹਰ ਚੈਨਲ ਆਪੋ ਆਪਣੇ ਕੰਮ ਕਰਦੇ ਨੇ, ਆਪਣੇ ਤਰੀਕੇ ਨਾਲ ਕਰਦੇ ਨੇ। ਸਾਡਾ ਮਕਸਦ ਹੁੰਦਾ, ਤੁਸੀਂ ਸਾਨੂੰ ਬੜੇ ਸਪੋਰਟ ਕਰਦੇ ਹੋ, ਸਾਡਾ ਫਰਜ਼ ਬਣਦਾ ਕਿ ਤੁਹਾਨੂੰ ਰਿਟਰਨ ਅਸੀਂ ਵੀ ਤੁਹਾਨੂੰ ਕੁਝ ਦਿੱਤਾ ਜਾਵੇ। ਅਸੀਂ ਸ਼ੋਅ ਲੈ ਕੇ ਆਉਂਦੇ ਤਾਂ ਕਿ ਤੁਹਾਡੀ ਮਦਦ ਹੋ ਸਕੇ। ਇਕਬਾਲਦੀਪ ਜੀ, ਹੁਣ ਟਾਈਮ ਇਜਾਜ਼ਤ ਨਹੀਂ ਦੇਦਾ ਤੇ ਥੈਂਕ ਯੂ ਸੋ ਮਚ। ਬੜੀ ਇੰਟਰਸਟਿੰਗ ਗੱਲਾਂ ਸੀਗੀਆਂ। ਆਈ ਹੋਪ ਲੋਕਾਂ ਦਾ ਇਹਦੇ 'ਤੇ ਤੁਸੀਂ ਫਾਇਦਾ ਉਠਾਓਗੇ। ਇੱਦਾਂ ਦੇ ਸ਼ੋਅ ਦੇਖਿਆ ਕਰੋ। ਅਗਰ ਤੁਹਾਨੂੰ ਲੋੜ ਵੀ ਨਹੀਂ ਹੈਗੀ, ਆਪਣੇ ਯਾਰਾਂ ਦੋਸਤਾਂ ਨੂੰ ਦੱਸੋ ਕਿ ਅਕਾਲ ਚੈਨਲ ਵਾਚ ਕਰੋ, ਉੱਥੇ ਮਦਦ ਕਰਦੇ ਨੇ। ਜੀ ਜੀ ਬਿਲਕੁਲ ਜੀ, ਥੈਂਕ ਯੂ ਸਰ। ਅਗਲੇ ਵੀਕ ਸੇਮ ਟਾਈਮ ਫਿਰ ਮੁਲਾਕਾਤ ਕਰਾਂਗੇ। ਤਬ ਤੱਕ ਰੱਬ ਰੱਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।